ਸਤਿ ਸ੍ਰੀ ਅਕਾਲ ਪਿਆਰੇ ਦੋਸਤੋ, ਵੈਲਕਮ ਟੂ ਸਟੱਡੀ ਹੱਬ। ਤੁਹਾਡੇ ਆਪਣੇ ਸਟੱਡੀ ਹੱਬ ਪਰਿਵਾਰ ਵਿੱਚ ਤੁਹਾਡਾ ਬਹੁਤ ਹੀ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਲੈਕਚਰ ਲੈ ਕੇ ਆਇਆ ਹਾਂ, ਜਿਸ ਵਿੱਚ ਅਸੀਂ ਮੈਥ ਦੇ ਉਹ ਟੌਪਿਕ ਡਿਸਕਸ ਕਰਾਂਗੇ ਜੋ ਹਰੇਕ ਐਗਜ਼ਾਮ ਵਿੱਚ ਪੁੱਛੇ ਹੀ ਜਾਂਦੇ ਹਨ। ਇਸ ਲਈ ਕਲਾਸ ਨੂੰ ਤੁਸੀਂ ਸਭ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਕਰ ਦਿਓ। ਬਾਕੀ ਜੋ ਬੱਚੇ ਨਵੇਂ ਹਨ, ਜੋ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ, ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜਾਂ ਫਿਰ ਭੈਣ ਭਾਈ ਹੋਣਗੇ ਉਹਨਾਂ ਨਾਲ ਕੰਟੈਂਟ ਨੂੰ ਜ਼ਰੂਰ ਸ਼ੇਅਰ ਕਰਿਓ। ਬਾਕੀ ਮੈਂ ਤੁਹਾਨੂੰ ਦੱਸਦਾ, ਇਸ ਲੈਕਚਰ ਦੇ ਤੁਹਾਨੂੰ ਦੋ ਫਾਇਦੇ ਹੋਣਗੇ। ਇੱਕ ਤਾਂ ਤੁਹਾਡੀ ਰਿਵੀਜ਼ਨ ਹੋ ਜਾਣੀ, ਸੈਕਿੰਡ ਤੁਹਾਨੂੰ ਨਵੇਂ ਕਨਸੈਪਟ ਸਿੱਖਣ ਨੂੰ ਮਿਲਣਗੇ। ਮੈਂ ਗਰੰਟੀ ਨਾਲ ਕਹਿਣਾ ਵੀ ਤੁਸੀਂ ਪਹਿਲਾਂ ਮੈਥ ਜਿੱਥੋਂ ਮਰਜ਼ੀ ਪੜ੍ਹਿਆ ਹੋਵੇ, ਇਸ ਕਲਾਸ ਤੋਂ ਨਵੇਂ ਕਨਸੈਪਟ ਜ਼ਰੂਰ ਸਿੱਖਣ ਨੂੰ ਮਿਲਣਗੇ। ਇਸ ਲਈ ਜ਼ਿਆਦਾ ਦੇਰੀ ਨਾ ਕਰਦੇ ਹੋਏ ਅਸੀਂ ਆਪਣੀ ਕਲਾਸ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਦੇਖੋ, ਬਟ ਉਸ ਤੋਂ ਪਹਿਲਾਂ ਮੇਰੀ ਇੱਕ ਗੱਲ ਸੁਣੋ। ਤੁਸੀਂ ਮੈਥ ਦਾ ਕੋਈ ਵੀ ਕੁਐਸਚਨ ਅਟੈਂਪਟ ਕਰਨ ਤੋਂ ਪਹਿਲਾਂ ਕੁਐਸਚਨ ਨੂੰ ਚੰਗੀ ਤਰ੍ਹਾਂ ਪੜ੍ਹਿਆ ਕਰੋ, ਕਿਉਂਕਿ ਕੁਐਸਚਨ ਦੇ ਵਿੱਚ ਹੀ ਹੱਲ ਹੁੰਦਾ ਹੈ। ਪਹਿਲਾ ਕੁਐਸਚਨ ਦੇਖੋ, ਇੱਕ ਦੁਕਾਨ ਦੇ ਸਾਰੇ ਮੋਬਾਈਲਾਂ ਦਾ ਔਸਤ ਮੁੱਲ 50,000 ਹੈ। ਬ੍ਰਾਂਡ ਐਕਸ ਦੇ 5 ਮੋਬਾਈਲਾਂ ਦਾ ਔਸਤ ਮੁੱਲ 70,000 ਹੈ ਅਤੇ ਬਾਕੀਆਂ ਦਾ ਔਸਤ ਮੁੱਲ 40,000 ਹੈ। ਦੁਕਾਨ ਵਿੱਚ ਮੋਬਾਈਲਾਂ ਦੀ ਕੁੱਲ ਗਿਣਤੀ। ਕੁਐਸਚਨ ਵਿੱਚ ਕੀ ਪੁੱਛਿਆ ਗਿਆ? ਦੁਕਾਨ ਵਿੱਚ ਮੋਬਾਈਲਾਂ ਦੀ ਕੁੱਲ ਗਿਣਤੀ। ਦੇਖੋ, ਇਸ ਨੂੰ ਇੱਕ ਤਾਂ ਤੁਸੀਂ ਬੇਸਿਕ ਤਰੀਕੇ ਨਾਲ ਕਰ ਸਕਦੇ ਹੋ, ਜੋ ਕਿ ਤੁਹਾਨੂੰ ਆਉਂਦਾ ਹੋਣਾ। ਮੈਂ ਤੁਹਾਨੂੰ ਇੱਥੇ ਬੇਸਿਕ ਤਰੀਕਾ ਨਾ ਦੱਸ ਕੇ ਆਪਣੇ ਤਰੀਕੇ ਦੱਸਾਂਗਾ, ਬਾਕੀ ਤੁਸੀਂ ਬੇਸਿਕ ਨਾਲ ਤਾਂ ਇਹਨੂੰ ਕਰ ਸਕਦੇ ਹੋ। ਦੇਖੋ, ਤੁਸੀਂ ਸਾਰਿਆਂ ਨੇ ਇੱਕ ਚੈਪਟਰ ਜਾਂ ਫਿਰ ਕਨਸੈਪਟ ਮਿਕਸਚਰ ਐਂਡ ਐਲੀਗੇਸ਼ਨ ਪੜ੍ਹਿਆ ਹੋਣਾ। ਕਿਹੜਾ? ਮਿਕਸਚਰ ਐਂਡ ਐਲੀਗੇਸ਼ਨ। ਤਰੀਕੇ ਨਾਲ ਐਲੀਗੇਸ਼ਨ। ਬਟ ਉਸ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਐਲੀਗੇਸ਼ਨ ਹੁੰਦਾ ਕੀ ਆ ਤੇ ਇਹਨੂੰ ਅਸੀਂ ਕਿੱਥੇ ਕਿੱਥੇ ਲਾ ਸਕਦੇ ਹਾਂ। ਐਲੀਗੇਸ਼ਨ ਕੀ ਹੁੰਦਾ? ਦੇਖੋ, ਸਮਝੋ, ਜੇ ਮੰਨ ਲਓ ਤੁਹਾਡੇ ਕੋਲ ਮਿਲਕ ਪਲੱਸ ਵਾਟਰ, ਇਹਦਾ ਮਿਕਸਚਰ ਆ। ਦੋ ਮਿਕਸਚਰ ਨੇ ਮਿਲਕ ਅਤੇ ਵਾਟਰ ਦੇ। ਜੇ ਤੁਸੀਂ ਇਹਨਾਂ ਨੂੰ ਮਿਕਸਚਰਾਂ ਨੂੰ ਆਪਸ ਵਿੱਚ ਮਿਲਾਉਂਦੇ ਹੋ ਤਾਂ ਉਹਨੂੰ ਐਲੀਗੇਸ਼ਨ ਕਿਹਾ ਜਾਂਦਾ। ਮਤਲਬ ਮਿਕਸਚਰ ਐਂਡ ਐਲੀਗੇਸ਼ਨ ਦਾ ਮਤਲਬ ਕੀ ਆ ਵੀ ਜਦੋਂ ਦੋ ਮਿਕਸਚਰ ਨੂੰ ਮਿਲਾਇਆ ਜਾਂਦਾ, ਜਦੋਂ ਦੋ ਸ਼ੁੱਧ ਮਿਕਸਚਰ ਹੋਣ, ਜਿਵੇਂ ਮਿਲਕ ਐਂਡ ਵਾਟਰ ਦਾ, ਦੁੱਧ ਅਤੇ ਪਾਣੀ ਦਾ ਮਿਕਸਚਰ ਆ, ਜਦੋਂ ਇਹਨਾਂ ਨੂੰ ਮਿਲਾਵਾਂਗੇ ਮਿਕਸਚਰ ਐਂਡ ਐਲੀਗੇਸ਼ਨ ਕਨਸੈਪਟ ਲੱਗਦਾ ਉੱਥੇ। ਬਾਕੀ ਐਲੀਗੇਸ਼ਨ ਲੱਗਣ ਦੇ ਰੂਲ ਕੀ ਨੇ? ਸਭ ਤੋਂ ਪਹਿਲਾਂ ਦੇਖੋ, ਉਹਨਾਂ ਦੀ ਅਵਸਥਾ, ਮਤਲਬ ਜਿਵੇਂ ਜੇ ਤਰਲ ਆ ਕੋਈ ਚੀਜ਼, ਜੇ ਇੱਕ ਚੀਜ਼ ਤਰਲ ਆ ਤਾਂ ਦੂਸਰੀ ਵੀ ਤਰਲ ਹੋਣੀ ਚਾਹੀਦੀ ਆ। ਜੇ ਇੱਕ ਠੋਸ ਆ ਤਾਂ ਦੂਸਰੀ ਵੀ ਠੋਸ ਹੋਣੀ ਚਾਹੀਦੀ ਆ। ਜਿਵੇਂ ਇੱਥੇ ਦੇਖੋ 50,000 ਹੈ ਨਾ। ਜਿਵੇਂ ਇੱਥੇ 50,000 ਦਿੱਤੇ ਹੋਏ ਨੇ ਤਾਂ ਇੱਥੇ ਵੀ ਦੇਖੋ 70,000, ਇੱਥੇ 40,000। ਮਤਲਬ ਕੀ ਆ ਵੀ ਜੋ ਵੀ ਆਪਾਂ ਐਲੀਗੇਸ਼ਨ ਵਿੱਚ ਮਿਲਾਵਟ ਕਰਨੀ ਆ, ਜੋ ਵੀ ਮਿਲਾਉਣਾ ਆਪਾਂ ਐਲੀਗੇਸ਼ਨ ਵਿੱਚ, ਉਹ ਸੇਮ ਹੋਣੇ ਚਾਹੀਦੇ ਨੇ। ਇਹ ਨਾ ਹੋਵੇ ਵੀ ਇੱਕ ਚੀਜ਼ ਤਾਂ ਤਰਲ ਆ ਤੇ ਦੂਸਰੀ ਠੋਸ ਹੋਵੇ। ਜਿਵੇਂ ਇੱਥੇ 1000 ਵਿੱਚ ਦਿੱਤਾ ਹੋਇਆ ਤਾਂ ਇੱਥੇ ਵੀ 1000 ਆ ਤੇ ਇੱਥੇ ਵੀ 1000 ਆ। ਬਾਕੀ ਹੁਣ ਦੇਖੋ ਆਪਾਂ ਕੁਐਸਚਨ ਨੂੰ ਕਰਾਂਗੇ ਕਿਵੇਂ। ਬਾਈ ਇੰਨੀ ਕੁ ਨੌਲੇਜ ਬਹੁਤ ਆ ਤੁਹਾਡੇ ਲਈ। ਬਾਕੀ ਜਦੋਂ ਆਪਾਂ ਟੌਪਿਕ ਨੂੰ ਕਰਾਂਗੇ, ਇਸ ਚੈਪਟਰ ਨੂੰ, ਉਦੋਂ ਮੈਂ ਬਾਕੀ ਤੁਹਾਨੂੰ ਗੱਲਾਂ ਦੱਸਾਂਗਾ। ਠੀਕ ਆ? ਦੇਖੋ, ਸਭ ਤੋਂ ਪਹਿਲਾਂ ਕੀ ਕਰਨਾ? 70,000, 5 ਮੋਬਾਈਲਾਂ ਦਾ ਔਸਤ ਮੁੱਲ 70,000।
ਅਤੇ ਬਾਕੀਆਂ ਦਾ ਔਸਤ ਮੁੱਲ 40,000। ਕੁੱਲ ਮੋਬਾਈਲਾਂ ਦਾ ਕਿੰਨਾ? 50,000। ਹੁਣ ਦੇਖੋ, ਇਹਨੂੰ ਇਹਦੇ ਵਿੱਚੋਂ ਮਾਈਨਸ ਕਰੋ, ਕਿੰਨਾ ਆ ਗਿਆ? 20,000। ਤੇ ਇਹਨੂੰ ਇਹਦੇ ਵਿੱਚੋਂ ਮਾਈਨਸ ਕਰਕੇ ਕਿੰਨਾ ਆ ਗਿਆ? 10,000। ਹੁਣ ਦੇਖੋ, ਤੁਸੀਂ ਇਹਨਾਂ ਦਾ ਰੇਸ਼ੀਓ ਕੱਢਣਾ, ਇਹਨਾਂ ਦੋਨਾਂ ਦਾ ਰੇਸ਼ੀਓ, ਇਹਦਾ ਤੇ ਇਹਦਾ। ਇੱਥੇ ਗੱਲ ਧਿਆਨ ਰੱਖਣੀ ਆ ਵੀ ਜਦੋਂ ਵੀ ਤੁਸੀਂ ਰੇਸ਼ੀਓ ਕੱਢੋਗੇ, ਇਹ ਰੇਸ਼ੀਓ ਕਿਹਦਾ ਆਉਣਾ? ਇਹ ਰੇਸ਼ੀਓ ਆਉਣਾ ਇਹਨਾਂ ਦੀ ਕੁਆਂਟੀਟੀ ਦਾ, ਮਤਲਬ ਵੀ ਇਹਨਾਂ ਦੀ ਗਿਣਤੀ ਕਿੰਨੀ ਆ, ਵਸਤੂਆਂ ਦਾ ਰੇਸ਼ੀਓ ਆਉਣਾ ਇਹ। ਹੁਣ ਦੇਖੋ, ਰੇਸ਼ੀਓ ਕੱਢਾਂਗੇ ਜਦੋਂ ਆਪਾਂ, ਕਿੰਨਾ ਆ ਗਿਆ? 1:2। ਹੁਣ 1 ਕਿਹਦੇ ਬਰਾਬਰ ਦਿੱਤਾ ਹੋਇਆ? 1 ਬਰਾਬਰ ਆ 5 ਦੇ। ਇਸ ਲਈ ਹੁਣ ਆਪਣੇ ਤੋਂ ਕੀ ਪੁੱਛਿਆ? ਕੁੱਲ ਗਿਣਤੀ। ਰੇਸ਼ੀਓ ਵਿੱਚ ਕੁੱਲ ਗਿਣਤੀ ਕਿੰਨੀ ਆ ਰਹੀ ਹੈ ਆਪਣੇ ਲਵੇ? ਰੇਸ਼ੀਓ ਵਿੱਚ ਕੁੱਲ ਗਿਣਤੀ ਕਿੰਨੀ ਆ? ਦੇਖੋ 3। ਇਸ ਲਈ 3 ਕਿਹਦੇ ਬਰਾਬਰ ਆ? 3 ਬਰਾਬਰ ਆ 15 ਦੇ। ਠੀਕ ਆ, ਕਿੰਨਾ ਆਨਸਰ ਆ ਗਿਆ? ਆਪਣਾ ਆਨਸਰ ਆ ਗਿਆ 15। ਮੈਂ ਤੁਹਾਨੂੰ ਇੱਥੇ ਕੰਸੈਪਟ ਦੱਸ ਰਿਹਾ, ਤਾਂ ਕਰਕੇ ਇੰਨਾ ਟਾਈਮ ਲੱਗ ਰਿਹਾ। ਤੁਸੀਂ ਐਗਜ਼ਾਮ ਵਿੱਚ ਇੱਦਾਂ ਨਹੀਂ ਕਰਨਾ ਵੀ ਤੁਸੀਂ ਸੋਲਵ ਕਰਨ ਬੈਠ ਜਾਓ। ਐਗਜ਼ਾਮ ਵਿੱਚ ਕਿਵੇਂ ਅਟੈਂਪਟ ਕਰਨਾ ਕੁਐਸਚਨ ਨੂੰ, ਇਹ ਦੇਖੋ। ਹੁਣ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ, ਜੋ ਵੀ ਇਹਨਾਂ ਵਿੱਚ ਕਾਮਨ ਆ ਉਸ ਨੂੰ ਕੱਟ ਦਿਓ। ਦੇਖੋ ਕੀ ਆ ਕਾਮਨ? 4 ਜ਼ੀਰੋਆਂ ਸਾਰੇ ਵਿੱਚ ਕਾਮਨ ਨੇ, ਇਹ ਕੱਟਤੀਆਂ। ਠੀਕ, ਉਸ ਤੋਂ ਬਾਅਦ ਦੇਖੋ, ਜਦੋਂ 7 ਵਿੱਚੋਂ 5 ਕੱਢਾਂ ਕਿੰਨਾ ਆ ਗਿਆ? 2। ਇੱਥੇ 5 ਵਿੱਚੋਂ ਜਦੋਂ 4 ਕੱਢਾਂਗੇ 1। ਹੁਣ ਇਸ ਨੂੰ ਉਲਟ ਕਰਕੇ ਲਿਖ ਦਿਓ, 1:2। 1 ਕਿਹਦਾ? 1 ਕਿਹਦੇ ਬਰਾਬਰ ਆ? 5 ਦੇ। 1 ਬਰਾਬਰ ਆ 5, 3 ਬਰਾਬਰ 15 ਦੇ। ਠੀਕ ਆ, ਬਟ ਇਹ ਕਦੋਂ ਹੋਊਗਾ? ਜਦੋਂ ਤੁਸੀਂ ਇਸ ਨੂੰ ਬਾਰ-ਬਾਰ ਪ੍ਰੈਕਟਿਸ ਕਰੋਗੇ। ਤੇ ਜੇ ਤੁਹਾਨੂੰ ਸਮਝ ਨਹੀਂ ਲੱਗ ਰਿਹਾ ਤਾਂ ਤੁਸੀਂ ਵੀਡੀਓ ਨੂੰ ਦੁਬਾਰਾ ਦੇਖ ਸਕਦੇ ਹੋ। ਬਾਕੀ ਮੈਂ ਹੋਪ ਕਰਦਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਰਿਹਾ ਹੋਣਾ। ਜੇ ਫਿਰ ਵੀ ਨਹੀਂ ਸਮਝ ਲੱਗ ਰਿਹਾ ਤਾਂ ਤੁਸੀਂ ਵੀਡੀਓ ਨੂੰ ਦੁਬਾਰਾ ਦੇਖੋ, ਤਾਂ ਤੁਹਾਨੂੰ ਕੰਸੈਪਟ ਸਮਝ ਲੱਗੂਗਾ। ਠੀਕ ਆ, ਜੇ ਤੁਸੀਂ ਬਾਰ-ਬਾਰ ਇਸ ਨੂੰ ਰਿਵਾਈਜ਼ ਕਰੋਗੇ ਚੰਗੀ ਤਰ੍ਹਾਂ ਤਾਂ ਐਗਜ਼ਾਮ ਵਿੱਚ ਇੱਦਾਂ ਦੇ ਕੁਐਸਚਨ 5 ਤੋਂ 6 ਸਕਿੰਟਾਂ ਵਿੱਚ ਕਰੋਗੇ। ਠੀਕ ਆ, ਹੁਣ ਅਗਲੇ ਕੁਐਸਚਨ ਤੇ ਆ ਜਾਓ। ਮੈਂ ਉਮੀਦ ਕਰਦਾ ਤੁਹਾਨੂੰ ਇਹ ਕੁਐਸਚਨ ਚੰਗੀ ਤਰ੍ਹਾਂ ਸਮਝ ਆਇਆ ਹੋਣਾ ਤੇ ਕੰਸੈਪਟ। ਅਗਲਾ ਕੁਐਸਚਨ ਕੀ ਕਹਿੰਦਾ? ਐਲਿਸ ਇੱਕ ਵਰਗ ਉਲੀਕਦੀ ਹੈ। ਐਲਿਸ ਕੋਈ ਕੁੜੀ ਆ, ਉਹ ਇੱਕ ਵਰਗ ਉਲੀਕਦੀ ਆ। ਇਸ ਦਾ ਪਰਿਮਾਪ 10 ਸੈਂਟੀਮੀਟਰ ਲੰਬਾਈ ਅਤੇ 4 ਸੈਂਟੀਮੀਟਰ ਚੌੜਾਈ ਵਾਲੀ ਆਇਤ ਦੇ ਪਰਿਮਾਪ ਤੋਂ ਦੁੱਗਣਾ ਹੈ। ਪਹਿਲਾਂ ਇੱਕ ਗੱਲ ਦੇਖੋ, ਇੱਥੇ ਕੁਝ ਬੇਸਿਕ ਗੱਲਾਂ ਦੇਖੋ ਇੱਥੇ, ਜੋ ਤੁਹਾਨੂੰ ਪਤਾ ਹੀ ਹੋਣੀਆਂ ਨੇ, ਬਟ ਮੈਂ ਵੀ ਫਿਰ ਵੀ ਇੱਕ ਵਾਰੀ ਦੱਸਦਾ। ਇਹ ਵਰਗ ਆ, ਵਰਗ ਇੱਦਾਂ ਦਾ ਹੀ ਹੁੰਦਾ। ਠੀਕ ਆ, ਤੇ ਇਹ ਮੰਨ ਲਓ ਆਇਤ ਆ। ਠੀਕ ਆ, ਵਰਗ ਦਾ ਪਰਿਮਾਪ ਪਤਾ? ਦੇਖੋ, ਵਰਗ ਦੀ ਸਾਰੀਆਂ ਭੁਜਾਵਾਂ ਬਰਾਬਰ ਹੁੰਦੇ ਨੇ, ਇਹ ਤਾਂ ਪਤਾ ਹੀ ਸਾਰਿਆਂ ਨੂੰ। ਮੰਨ ਲਓ ਜੇ ਇੱਕ ਭੁਜਾ A ਆ, ਦੂਸਰੀ ਵੀ A, ਤੀਸਰੀ ਵੀ A, ਚੌਥੀ ਵੀ A। ਪਰਿਮਾਪ ਕੀ ਹੁੰਦਾ? ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਕੀ ਕਹਿੰਦੇ? ਪੈਰੀਮੀਟਰ। ਪੈਰੀਮੀਟਰ ਜਾਂ ਫਿਰ ਪਰਿਮਾਪ ਕੀ ਹੁੰਦਾ? ਪਰਿਮਾਪ ਕੀ ਹੁੰਦਾ? ਚਾਰੇ ਭੁਜਾਵਾਂ ਜੋ ਇਹ ਦਿੱਤੀਆਂ ਹੋਈਆਂ ਨੇ ਇਹਨਾਂ ਦਾ ਜੋੜ। ਕੀ ਹੁੰਦਾ ਪਰਿਮਾਪ? ਚਾਰੇ ਭੁਜਾਵਾਂ ਦਾ ਜੋੜ। ਜੇ ਆਪਾਂ ਇਹਨਾਂ ਨੂੰ ਜੋੜ ਕਰਾਂਗੇ, ਦੇਖੋ A ਜੋੜ A ਜੋੜ A ਜੋੜ A, ਕਿੰਨੀ ਵਾਰੀ A ਆ ਗਿਆ? 4 ਵਾਰੀ। ਪਰਿਮਾਪ ਕੀ ਹੁੰਦਾ? ਵਰਗ ਦਾ ਪਰਿਮਾਪ 4A। ਜੇ ਆਪਾਂ ਸਿੰਪਲ ਕਰਕੇ ਇਹਨੂੰ ਲਿਖਾਂਗੇ,
4a ਐਵੇਂ ਲਿਖ ਸਕਦੇ ਹਾਂ। ਹੁਣ ਇਹਦਾ ਏਰੀਆ ਦੇਖੋ ਕੀ ਹੁੰਦਾ, ਏਰੀਆ ਕੀ ਹੁੰਦਾ a ਸਕੁਅਰ। ਹੁਣ ਇਸੇ ਤਰ੍ਹਾਂ ਇੱਥੇ ਆ ਜਾਓ, ਇਹ ਕੀ ਹੁੰਦੀ ਹੈ ਆਇਤ ਦੀ ਲੰਬਾਈ ਹੁੰਦੀ ਹੈ, ਇਹ ਬ੍ਰੈਡਥ ਹੁੰਦੀ ਹੈ ਚੌੜਾਈ। ਹੁਣ ਇਹਦਾ ਪਰਿਮਾਪ ਕੀ ਹੁੰਦਾ, ਇਸੇ ਤਰ੍ਹਾਂ ਇਹਨੂੰ ਜੋੜ ਕਰਾਂਗੇ, ਜਦੋਂ ਆਪਾਂ ਚਾਰੇ ਭੁਜਾਵਾਂ ਨੂੰ ਜੋੜਾਂਗੇ, ਲੰਬਾਈ ਜੋੜ ਚੌੜਾਈ, ਲੰਬਾਈ ਪਲੱਸ ਚੌੜਾਈ। ਹੁਣ ਜਦੋਂ ਆਪਾਂ ਸਿੰਪਲ ਕਰਕੇ ਲਿਖਾਂਗੇ ਪਰਿਮਾਪ ਤਾਂ ਕੀ ਹੋ ਜਾਊਗਾ 2, ਕਿਉਂਕਿ ਦੇਖੋ ਇੱਥੇ L 2 ਵਾਰ ਆ ਗਿਆ, B 2 ਵਾਰ, ਜਦੋਂ ਆਪਾਂ 2 ਨੂੰ ਕਾਮਨ ਕੱਢ ਲਿਆ ਫਿਰ ਕੀ ਬਚੂਗਾ L ਪਲੱਸ B। ਇਹ ਕੀ ਹੋ ਗਿਆ ਪਰਿਮਾਪ। ਇਹ ਤਾਂ ਏਰੀਆ, ਏਰੀਆ ਕੀ ਹੁੰਦਾ, ਏਰੀਆ ਦੇਖੋ ਕੀ ਹੁੰਦਾ, ਏਰੀਆ ਹੁੰਦਾ ਜੋ ਵੀ ਇਸ ਦੇ ਵਿੱਚ ਖੇਤਰ ਆ, ਇਹ ਇਸ ਨੂੰ ਏਰੀਆ ਕਹਿੰਦੇ ਨੇ, ਖੇਤਰਫਲ ਜੋ ਵੀ ਅੰਦਰਲਾ ਹਿੱਸਾ ਹੁੰਦਾ ਇਸ ਨੂੰ ਏਰੀਆ ਕਹਿੰਦੇ ਨੇ। ਏਰੀਆ ਕੀ ਆ, ਲੰਬਾਈ ਗੁਣਾ ਚੌੜਾਈ। ਠੀਕ ਹੈ, ਇੱਥੇ ਤੱਕ ਗੱਲ ਸਮਝ ਗਏ। ਹੁਣ ਦੇਖੋ ਕੁਐਸਚਨ ਤੇ ਆ ਜਾਓ। ਐਲਿਸ ਇੱਕ ਵਰਗ ਲਿਖਦੀ ਹੈ, ਇਸ ਦਾ ਪਰਿਮਾਪ 10 ਸੈਂਟੀਮੀਟਰ ਲੰਬਾਈ ਅਤੇ 4 ਸੈਂਟੀਮੀਟਰ ਚੌੜਾਈ ਵਾਲੀ ਆਇਤ ਦੇ ਪਰਿਮਾਪ ਤੋਂ ਦੁੱਗਣਾ ਹੈ। ਦੇਖੋ ਵਰਗ ਦਾ ਪਰਿਮਾਪ ਕੀ ਹੁੰਦਾ, ਹੁਣ ਮੈਂ ਦੱਸਿਆ ਸੀ ਤੁਹਾਨੂੰ, ਵਰਗ ਦਾ ਪਰਿਮਾਪ ਆ 4a। ਆਇਤ ਦਾ ਪਰਿਮਾਪ ਕੀ ਹੁੰਦਾ 2 ਲੰਬਾਈ ਜੋੜ ਚੌੜਾਈ। ਪਰ ਕੁਐਸਚਨ ਵਿੱਚ ਕੀ ਦਿੱਤਾ ਹੈ, ਚੌੜਾਈ ਆਇਤ ਦੇ ਪਰਿਮਾਪ ਤੋਂ ਦੁੱਗਣਾ ਹੈ, ਪਰ ਇਸ ਦਾ ਵੀ ਦੁੱਗਣਾ, ਇਸ ਲਈ ਆਪਾਂ ਕੀ ਕਰਾਂਗੇ ਦੁੱਗਣਾ ਕਰ ਦੇਣਾ। ਬਸ ਜਿਵੇਂ ਕੁਐਸਚਨ ਵਿੱਚ ਤੁਹਾਨੂੰ ਕਹਿ ਰਿਹਾ, ਮੈਥ ਇੱਕ ਅਜਿਹਾ ਸਬਜੈਕਟ ਆ ਵੀ ਜਿਵੇਂ ਜਿਵੇਂ ਤੁਹਾਨੂੰ ਕੁਐਸਚਨ ਵਿੱਚ ਕਹਿ ਰਿਹਾ ਬਸ ਤੁਸੀਂ ਉਵੇਂ ਕਰਦੇ ਜਾਓ, ਤੁਹਾਨੂੰ ਹੱਲ ਆਪਦੇ ਆਪ ਮਿਲ ਜਾਣ, ਤੁਹਾਨੂੰ ਹੋਰ ਕੁਛ ਨਹੀਂ ਕਰਨ ਦੀ ਲੋੜ। ਠੀਕ ਹੈ, ਬਸ ਤੁਸੀਂ ਕੁਐਸਚਨ ਨੂੰ ਧੱਕਾ ਨਹੀਂ ਕਰਨਾ, ਜੇ ਧੱਕਾ ਕਰੋਗੇ ਤਾਂ ਤੁਹਾਡਾ ਆਨਸਰ ਗਲਤ ਹੋ ਜਾਣਾ। ਜਮਾ ਧੱਕਾ ਨਹੀਂ ਕਰਨਾ। ਦੇਖੋ ਹੁਣ ਇੱਥੇ ਦੇਖੋ 4 ਨਾਲ 4 ਕੱਟਿਆ ਗਿਆ, ਇਹ ਕਿੰਨਾ ਆ ਗਿਆ, ਵਰਗ ਦੀ ਭੁਜਾ ਕਿੰਨੀ ਆ ਗਈ, ਲੰਬਾਈ ਕਿੰਨੀ ਦਿੱਤੀ ਹੋਈ ਆ 10, ਚੌੜਾਈ 4, ਭੁਜਾ ਕਿੰਨੀ ਆ ਗਈ 14, ਲੰਬਾਈ ਕਿੰਨੀ ਆ 10 ਪਲੱਸ 4, 14 ਆ ਗਈ ਭੁਜਾ। ਹੁਣ ਅੱਗੇ ਆ ਜਾਓ, ਜੇਕਰ ਇੱਕ ਅਰਧ ਚੱਕਰ ਦਾ ਵਿਆਸ ਵਰਗ ਦੀ ਭੁਜਾ ਦੀ ਲੰਬਾਈ ਦੇ ਬਰਾਬਰ ਹੈ। ਹੁਣ ਦੇਖੋ ਗੋਲਾ ਦਾ ਪਤਾ ਹੀ ਕੀ ਹੁੰਦਾ ਚੱਕਰ, ਇਹ ਕੀ ਹੈ ਚੱਕਰ, ਸੌਰੀ ਇਹ ਮੰਨ ਲਓ ਚੱਕਰ ਆ। ਹੁਣ ਇਹਦਾ ਵਿਆਸ ਕੀ ਹੁੰਦਾ, ਵਿਆਸ ਡਾਈਮੀਟਰ, ਡਾਈਮੀਟਰ ਨੂੰ ਆਪਾਂ ਵਿਆਸ ਹੀ ਕਹਿੰਦੇ ਆ 2r। r ਕੀ ਹੁੰਦਾ, r ਰੇਡੀਅਸ ਜਿਹਨੂੰ ਆਪਾਂ ਅਰਧ ਵਿਆਸ ਕਹਿੰਦੇ ਆ। ਹੁਣ ਇਹਦਾ ਕੀ ਹੁੰਦਾ ਪੈਰੀਮੀਟਰ, ਇਹਦਾ ਹੁੰਦਾ 2πr, ਤੇ ਏਰੀਆ ਕੀ ਹੁੰਦਾ ਇਹਦਾ ਜੋ ਅੰਦਰਲਾ ਇਹ ਕੀ ਹੁੰਦਾ πr ਸਕੁਅਰ। ਪਰਿਮਾਪ ਕੀ ਹੁੰਦਾ ਹੁਣ ਦੱਸਿਆ ਜੀ ਤੁਹਾਨੂੰ, ਇਹ ਬਾਹਰਲਾ ਹਿੱਸਾ ਜੋ ਵੀ ਇਹ ਆ, ਇਹ ਸਾਰਾ ਇਹ ਗੋਲਾ, ਇਹਨੂੰ ਆਪਾਂ ਪੈਰੀਮੀਟਰ ਕਹਿੰਦੇ ਆ, ਜਿੰਨੀ ਵੀ ਹੁੰਦੀ ਹੈ ਇਹ। ਠੀਕ ਆ, ਹੁਣ ਆ ਜਾਓ ਕੁਐਸਚਨ ਤੇ। ਜੇਕਰ ਇੱਕ ਅਰਧ ਚੱਕਰ ਦਾ ਵਿਆਸ, ਵਿਆਸ ਕੀ ਹੁੰਦਾ 2r, ਅਰਧ ਵਿਆਸ ਕੀ ਹੁੰਦਾ ਆਹ ਚੀਜ਼, ਜੇ ਆਪਾਂ ਇਹਨੂੰ ਪੂਰਾ ਕਰ ਦਾਂਗੇ ਇਹ ਵਿਆਸ ਬਣ ਜਾਂਦਾ, ਜੇ ਅੱਧਾ ਹੁੰਦਾ ਇਹ ਅਰਧ ਵਿਆਸ ਹੁੰਦਾ। ਜੇਕਰ ਇੱਕ ਅਰਧ ਚੱਕਰ ਦਾ ਵਿਆਸ ਵਰਗ ਦੀ ਭੁਜਾ ਦੀ ਲੰਬਾਈ ਦੇ ਬਰਾਬਰ ਹੈ, ਇਹ ਸਾਰਾ ਕਿੰਨਾ ਟੋਟਲ ਕਿੰਨਾ 14, ਤਾਂ ਇਸ ਦਾ ਪਰਿਮਾਪ ਕਿੰਨਾ ਹੋ ਗਿਆ, ਆਪਾਂ ਕੀ ਪਤਾ ਕਰਨਾ ਪਰਿਮਾਪ। ਪਰਿਮਾਪ ਇਹ ਦੇਖੋ ਇਹ ਸਾਰੇ ਦਾ ਪਰਿਮਾਪ ਆ, ਸਾਰੇ ਦਾ ਨਾ, ਪਰ ਆਪਣੇ ਤੋਂ ਕੀ ਪੁੱਛਿਆ ਗਿਆ ਅਰਧ ਚੱਕਰ ਦਾ ਪਰਿਮਾਪ। ਅਰਧ ਚੱਕਰ ਕੀ ਹੁੰਦਾ ਅੱਧਾ ਚੱਕਰ, ਇੰਨਾ ਕਾ। ਜੇ ਆਪਾਂ ਅੱਧੇ ਦਾ ਪਤਾ ਕਰਨਾ ਫਿਰ ਆਪਾਂ ਇਹਨੂੰ ਵੀ ਅੱਧਾ ਕਰ ਦਾਂਗੇ, ਕਿੰਨਾ ਹੋ ਜਾਊਗਾ ਅਰਧ ਚੱਕਰ ਦਾ ਪਰਿਮਾਪ
ਪਾਈ ਆਰ। ਠੀਕ ਆ, ਪਾਈ ਕੀ ਆ, ਪਾਈ ਬਟਾ 7 ਤੇ ਅੱਧਾ ਮੈਂ ਦੱਸਿਆ ਸੀ ਇਹ ਕੀ ਹੁੰਦਾ, ਰੇਡੀਅਸ ਆਰ, ਇਹ ਕਿੰਨਾ 7, ਪਰਿਮਾਪ ਕਿੰਨਾ ਆ ਗਿਆ 22। ਬਟ 22 ਤਾਂ ਹੈ ਨਹੀਂ ਆਪਸ਼ਨ ਵਿੱਚ, ਹੋ ਸਕਦਾ ਆਪਸ਼ਨ ਗਲਤ ਹੋਵੇ, ਲੱਗ ਰਿਹਾ ਕਿ ਕਿਸੇ ਨੂੰ ਐਵੇਂ, ਪਰ ਵੇਟ ਆਪਣਾ ਆਨਸਰ ਨਹੀਂ ਆਇਆ ਹਜੇ, ਦੇਖੋ ਕਿਉਂ, ਇੱਥੇ ਸਮਝੋ ਧਿਆਨ ਨਾਲ। ਜੋ ਆਪਾਂ 22 ਕੱਢਿਆ ਇਹ ਕਿੰਨਾ ਕੁ ਹਿੱਸਾ ਆਹ ਹਿੱਸਾ ਆਇਆ ਬਸ, ਦੇਖੋ ਆਹ ਹਿੱਸਾ, ਪਰ ਪਰਿਮਾਪ ਮੈਂ ਕੀ ਦੱਸਿਆ ਸੀ, ਜੋ ਬਾਹਰਲਾ ਹਿੱਸਾ ਹੁੰਦਾ ਸਾਰੇ ਦਾ ਜੋੜ ਪਰਿਮਾਪ ਹੁੰਦਾ, ਇਹ ਤਾਂ ਆਪਾਂ ਇਹ ਐਡ ਕੀਤਾ ਨਹੀਂ ਵਿੱਚ, ਇਹ ਕਿੰਨਾ ਹੁਣ ਕੱਢਿਆ ਸੀ ਆਪਾਂ, ਕਿੰਨਾ ਇਹ 14, ਹੁਣ ਦੇਖੋ ਜੋੜ ਕਰਕੇ ਕਿੰਨਾ ਆ ਗਿਆ 36, ਆਪਸ਼ਨ ਵਿੱਚ ਹੈ ਕਿਤੇ, ਹਾਂ ਪਹਿਲਾ ਇਹ ਕਿੰਨਾ ਆ ਗਿਆ ਆਨਸਰ 36। ਠੀਕ ਆ, ਸਮਝ ਲੱਗੀ ਗੱਲ ਇੱਥੇ ਤੱਕ, ਠੀਕ ਆ, ਸਮਝ ਗਏ ਇੱਥੇ ਤੱਕ। ਹੁਣ ਅਗਲੇ ਕੁਐਸਚਨ ਤੇ ਆ ਜਾਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕੰਸੈਪਟ ਆਸਾਨੀ ਨਾਲ ਸਮਝ ਆ ਰਹੇ ਹੋਣਗੇ ਤੇ ਤੁਸੀਂ ਕਲਾਸ ਨੂੰ ਇੰਜੋਏ ਕਰ ਰਹੇ ਹੋਵੋਗੇ। ਠੀਕ ਹੈ ਜੀ, ਹੁਣ ਆਪਾਂ ਚੱਲਦੇ ਹਾਂ ਅਗਲੇ ਕੁਐਸਚਨ ਤੇ, ਆ ਜਾਓ ਜੀ। ਅਗਲਾ ਕੁਐਸਚਨ ਕੀ ਆ, ਅਗਲਾ ਕੁਐਸਚਨ ਹੈ, ਦਿਨੇਸ਼, ਚੰਪਾ ਅਤੇ ਭਾਵਨਾ ਨੇ ਹੜ੍ਹ ਰਾਹਤ ਕੈਂਪ ਲਈ ਇਸ ਤਰੀਕੇ ਨਾਲ ਧਨ ਰਾਸ਼ੀ ਦਾਨ ਦਿੱਤੀ ਕਿ ਦਿਨੇਸ਼ ਅਤੇ ਚੰਪਾ ਦੀ ਔਸਤ 2000, ਚੰਪਾ ਅਤੇ ਭਾਵਨਾ ਦਾ ਔਸਤ 3000, ਭਾਵਨਾ ਅਤੇ ਦਿਨੇਸ਼ ਦਾ ਔਸਤ 4000 ਹੈ। ਤਿੰਨੇ ਦਾਨੀਆਂ ਦਾ ਔਸਤ ਹਿੱਸਾ, ਔਸਤ ਸਮਝਦੇ ਹੋ ਸਾਰੇ, ਐਵਰੇਜ, ਐਵਰੇਜ ਜਾਂ ਫਿਰ ਔਸਤ। ਔਸਤ ਦਾ ਮਤਲਬ ਕੀ ਹੁੰਦਾ, ਮੰਨ ਲਓ ਜਿਵੇਂ ਇੱਥੇ ਦਿੱਤੇ ਨੇ, ਆਪਾਂ ਦਿਨੇਸ਼ ਨੂੰ ਕੀ ਲਿਖਦੇ ਹਾਂ ਡੀ, ਸੀ ਤੇ ਚੰਪਾ, ਬੀ ਤੇ ਭਾਵਨਾ। ਮੰਨ ਲਓ ਜਿਵੇਂ ਇੱਥੇ ਦਿਨੇਸ਼ ਆ, ਦਿਨੇਸ਼, ਚੰਪਾ ਅਤੇ ਭਾਵਨਾ, ਇਹ ਤਿੰਨ ਬੰਦੇ ਨੇ। ਔਸਤ ਦਾ ਮਤਲਬ ਕੀ ਹੈ, ਜੇ ਮੰਨ ਲਓ ਦਿਨੇਸ਼ ਨੇ 10 ਦਿੱਤੇ ਤਾਂ ਚੰਪਾ ਨੇ ਵੀ 10 ਦਿੱਤੇ ਤੇ ਭਾਵਨਾ ਨੇ ਵੀ 10 ਦਿੱਤੇ। ਬਸ ਸਿੰਪਲ ਮਤਲਬ ਕੀ ਆ ਔਸਤ ਦਾ, ਵੀ ਜਿੰਨਾ ਵੀ ਹਿੱਸਾ, ਜੋ ਵੀ ਵੈਲਿਊ ਆ ਜਾਂ ਜੋ ਵੀ ਰਕਮ ਆ, ਜੋ ਵੀ ਪੈਸੇ ਨੇ, ਜਿੰਨਾ ਵੀ ਹਿੱਸਾ ਦਿੱਤਾ ਤਿੰਨਾਂ ਨੇ ਬਰਾਬਰ ਦਿੱਤਾ। ਐਵਰੇਜ ਦਾ ਮਤਲਬ ਬਸ ਇਹੀ ਹੁੰਦਾ ਵੀ ਜੋ ਵੀ ਵੈਲਿਊ ਆ, ਜਿੰਨੇ ਵੀ ਬੰਦੇ ਨੇ ਉਹ ਸਾਰਿਆਂ ਵਿੱਚ ਬਰਾਬਰ ਵੰਡੀ ਜਾਣੀ ਆ, ਜਾਂ ਫਿਰ ਉਹਨਾਂ ਦਾ ਮੁੱਲ ਬਰਾਬਰ ਹੈ, ਬਸ ਐਵਰੇਜ ਸਿੰਪਲ ਇਹੀ ਆ। ਹੁਣ ਕੁਐਸਚਨ ਤੇ ਆ ਜਾਓ, ਕੁਐਸਚਨ ਤਿੰਨੇ ਦਾਨੀਆਂ ਦਾ ਔਸਤ ਹਿੱਸਾ ਕੀ ਹੈ, ਇੱਥੇ ਵੀ ਉਹ ਔਸਤ ਪਤਾ ਕਰਨਾ ਆਪਾਂ। ਦੇਖੋ ਦਿਨੇਸ਼, ਚੰਪਾ ਦੀ ਔਸਤ ਰਾਸ਼ੀ ਕਿੰਨੀ ਆ 2000, ਡੀ ਤੇ ਦਿਨੇਸ਼, ਚੰਪਾ, ਔਸਤ ਰਾਸ਼ੀ ਕਿੰਨੀ ਆ 2000। ਹੁਣ ਕੀ ਦੱਸਿਆ ਸੀ ਮੈਂ, ਵੀ ਇਸਦਾ ਮਤਲਬ ਕੀ ਆ, ਔਸਤ ਦਾ ਮਤਲਬ ਵੀ ਦੋਨਾਂ ਨੇ 2-2000 ਦਿੱਤੇ ਨੇ, ਜੇ ਦੋਨਾਂ ਨੇ 2-2000 ਦਿੱਤੇ ਤਾਂ ਕਿੰਨੇ ਹੋ ਗਏ ਦਿਨੇਸ਼ ਤੇ ਚੰਪਾ ਦੇ 4000। ਠੀਕ ਆ, ਹੁਣ ਅੱਗੇ ਆ ਜਾਓ, ਚੰਪਾ ਤੇ ਭਾਵਨਾ, ਚੰਪਾ ਅਤੇ ਭਾਵਨਾ ਇਹਨਾਂ ਨੇ ਦਿੱਤੇ 3000, ਮਤਲਬ ਦੋਨਾਂ ਨੇ 3-3000 ਦਿੱਤੇ, ਕਿੰਨੇ ਹੋ ਗਏ 6000। ਇਸੇ ਤਰ੍ਹਾਂ ਅੱਗੇ ਕੀ ਆ, ਭਾਵਨਾ ਤੇ ਦਿਨੇਸ਼, ਭਾਵਨਾ ਅਤੇ ਦਿਨੇਸ਼ ਇਹਨਾਂ ਨੇ ਦਿੱਤੇ 4-4000, ਕਿੰਨੇ ਹੋ ਗਏ 8000। ਠੀਕ ਆ, ਸਮਝ ਰਹੇ ਉੱਥੇ ਤੱਕ। ਬਾਕੀ ਜੋ ਕੋਈ ਵੀ ਡਾਊਟ ਹੋਊਗਾ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਿਓ। ਹੁਣ ਦੇਖੋ ਇਹਨਾਂ ਤਿੰਨਾਂ ਨੂੰ ਐਡ ਕਰੋ, ਤਿੰਨਾਂ ਨੂੰ ਜੋੜ ਕਰੋ, ਕੀ ਹੋ ਜਾਊਗਾ ਇਹ 8-6 14, 14-4 18, 18000। ਤਾਂ ਇੱਥੇ ਜਦੋਂ ਇਹਨਾਂ ਨੂੰ ਐਡ ਕਰੋ, ਇੱਥੇ ਧਿਆਨ ਦਿਓ, ਦੇਖੋ ਇੱਥੇ ਗੱਲ ਧਿਆਨ ਦਿਓ, ਇੱਥੇ ਜਦੋਂ ਇਹਨਾਂ ਨੂੰ ਐਡ ਕਰੋਗੇ, ਇੱਥੇ ਦੇਖੋ ਚੰਪਾ, ਇੱਥੇ ਵੀ ਚੰਪਾ 2 ਵਾਰ, ਦਿਨੇਸ਼, ਦਿਨੇਸ਼, ਭਾਵਨਾ, ਭਾਵਨਾ, ਮਤਲਬ ਕੀ ਹੈ ਜਦੋਂ ਐਡ ਕਰੋਗੇ ਇਹ 2-2 ਵਾਰ ਆਉਣਗੇ, ਇਸ ਲਈ ਆਪਾਂ 2 ਕਾਮਨ ਕੱਢ ਲਿਆ ਇੱਥੇ, ਚੰਪਾ, ਦਿਨੇਸ਼,
ਚੰਪਾ ਅਤੇ ਭਾਵਨਾ। ਇਹਨਾਂ ਨੇ ਕਿੰਨਾ ਦਾਨ ਦਿੱਤਾ? ਇਹਨਾਂ ਨੇ ਦਿੱਤਾ ਕਿੰਨਾ? 9,000। ਦਿਨੇਸ਼, ਚੰਪਾ ਅਤੇ ਭਾਵਨਾ ਨੇ ਕਿੰਨੇ ਦਿੱਤੇ? 9,000। ਹੁਣ ਇੱਥੇ ਕੀ ਪੁੱਛਿਆ ਗਿਆ? ਤਿੰਨੇ ਦਾਨੀਆਂ ਦਾ ਔਸਤ ਹਿੱਸਾ। ਔਸਤ ਕੱਢਣ ਲਈ ਕੀ ਕਰਾਂਗੇ ਆਪਾਂ? ਮੈਂ ਹੁਣ ਦੱਸਿਆ ਸੀ ਵੀ ਔਸਤ ਕੀ ਹੁੰਦਾ? ਕੁੱਲ ਰਾਸ਼ੀ ਅਤੇ ਜਿੰਨੇ ਬੰਦੇ ਨੇ। ਦੇਖੋ ਇਹਦੇ 3 ਵਿਅਕਤੀ ਨੇ ਨਾ, ਕੁੱਲ ਰਾਸ਼ੀ ਅਤੇ ਕੁੱਲ ਵਿਅਕਤੀ 3 ਵਿਅਕਤੀਆਂ ਨੇ। ਜੋ 3 ਨਾਲ ਆਪਾਂ ਡਿਵਾਈਡ ਕਰਾਂਗੇ, ਵੰਡਾਂਗੇ ਇਹਨੂੰ, ਕਿੰਨਾ ਆ ਜਾਊਗਾ? 3,000। ਔਸਤ ਕਿੰਨਾ ਤਿੰਨਾਂ ਦਾ? ਵੀ ਤਿੰਨਾਂ ਨੇ ਔਸਤ ਕਿੰਨੇ ਦਾਨ ਦਿੱਤੇ ਨੇ? 3,000। ਠੀਕ ਆ, ਸਮਝ ਗਏ ਇੱਥੇ ਤੱਕ? ਕੰਸੈਪਟ ਵਧੀਆ ਲੱਗ ਰਹੇ ਨੇ? ਜੇ ਵਧੀਆ ਲੱਗ ਰਹੇ ਤਾਂ ਕਲਾਸ ਨੂੰ ਲਾਈਕ ਕਰ ਦਿਓ ਅਤੇ ਅੱਗੇ ਸ਼ੇਅਰ ਕਰ ਦਿਓ। ਆ ਜਾਓ ਅਗਲੇ ਕੁਐਸਚਨ ਤੇ। ਇੱਥੇ ਦੇਖੋ, ਹੁਣ ਪਹਿਲਾਂ ਇਹ ਕੁਐਸਚਨ ਧਿਆਨ ਨਾਲ ਪੜ੍ਹੋ। 13 ਲੀਟਰ ਦੇ ਮਿਸ਼ਰਣ ਵਿੱਚ ਦੁੱਧ ਅਤੇ ਪਾਣੀ ਦਾ ਅਨੁਪਾਤ ਕਿੰਨਾ ਹੈ? 3:2। ਜੇ ਇਸ ਮਿਸ਼ਰਣ ਦੇ 3 ਲੀਟਰ ਨੂੰ, ਪਹਿਲਾਂ ਹੁਣ ਗੱਲ ਧਿਆਨ ਨਾਲ ਸੁਣੋ ਮੇਰੀ। ਮੰਨ ਲਓ ਤੁਹਾਡੇ ਕੋਲ ਇੱਕ ਗਲਾਸ ਆ, ਉਹਦੇ ਵਿੱਚ ਦੁੱਧ ਅਤੇ ਪਾਣੀ ਦਾ ਮਿਕਸਚਰ ਆ। ਉਹਦਾ ਅਨੁਪਾਤ ਕੀ ਆ? ਮੰਨ ਲਓ ਮਿਕਸਚਰ ਕਿੰਨਾ? 10 ਲੀਟਰ ਆ। 10 ਲੀਟਰ ਆ, ਗਲਾਸ 'ਚ ਤਾਂ ਆਉਣਾ ਨਹੀਂ 10 ਲੀਟਰ। ਮੰਨ ਲਓ 10 ml ਆ। ਠੀਕ ਆ, ਹੁਣ ਦੇਖੋ ਜੇ ਆਪਾਂ ਇਹਦੇ ਵਿੱਚੋਂ ਇਹਨਾਂ ਦਾ ਰੇਸ਼ੀਓ ਦੇਖ ਲਓ ਕਿੰਨਾ। ਇਹ 3:2 ਦੇ ਵਿੱਚ ਨੇ। ਜੇ ਇਹਦੇ ਵਿੱਚੋਂ ਆਪਾਂ 5 ਲੀਟਰ ਕੱਢ ਦਿੰਦੇ ਹਾਂ ਤਾਂ ਆਪਣੇ ਲਈ ਕੀ ਬਚਿਆ? 5 ml ਕੱਢ ਦਿੰਦੇ ਹਾਂ ਤਾਂ ਆਪਣੇ ਲਈ ਕਿੰਨਾ ਬਚਿਆ? 5 ml। ਪਰ ਇੱਕ ਗੱਲ ਧਿਆਨ ਨਾਲ ਦੇਖੋ, ਇੱਥੇ ਮੈਂ ਕੀ ਸਮਝਾ ਰਿਹਾ ਤੁਹਾਨੂੰ। ਜਦੋਂ ਆਪਾਂ 5 ml ਕੱਢ ਦਾਂਗੇ, ਹਿੱਸਾ ਕੱਢਤਾ, ਪਰ ਜਿਹੜਾ ਇਹ ਰੇਸ਼ੀਓ ਇਹ ਨਹੀਂ ਚੇਂਜ ਹੁੰਦਾ। ਇਹ ਰੇਸ਼ੀਓ ਹੁਣ ਵੀ 3:2 ਦੇ ਵਿੱਚ ਹੀ ਰਹਿਣਾ। ਠੀਕ ਆ, ਹੁਣ ਇੱਕ ਗੱਲ ਧਿਆਨ ਨਾਲ ਇਹਨੂੰ ਨੋਟ ਕਰਕੇ ਲਿਖ ਲਓ ਵੀ ਜੇ ਆਪਾਂ ਨੂੰ ਰੇਸ਼ੀਓ ਵਿੱਚ ਦਿੱਤਾ ਹੋਇਆ, ਜੇ ਉਹਦੇ ਵਿੱਚ ਆਪਾਂ ਕੋਈ ਹਿੱਸਾ ਕੱਢਦੇ ਹਾਂ ਤਾਂ ਇਹ ਰੇਸ਼ੀਓ ਜਿਹੜਾ ਦਿੱਤਾ ਹੋਇਆ ਉਹ ਚੇਂਜ ਨਹੀਂ ਹੁੰਦਾ, ਉਹ ਸੇਮ ਰਹੂਗਾ। ਠੀਕ ਆ, ਬਸ ਮੈਂ ਇਹ ਗੱਲ ਤੁਹਾਨੂੰ ਸਮਝਾਉਣੀ ਸੀ। ਹੁਣ ਇਹ ਦੇਖੋ ਕੁਐਸਚਨ ਤੇ ਆ ਜਾਓ। 13 ਲੀਟਰ ਦੇ ਮਿਸ਼ਰਣ ਵਿੱਚ ਦੁੱਧ ਅਤੇ ਪਾਣੀ ਦਾ ਅਨੁਪਾਤ ਕਿੰਨਾ ਹੈ? 3:2। ਜੇ ਇਸ ਮਿਸ਼ਰਣ ਦੇ ਵਿੱਚੋਂ 3 ਲੀਟਰ ਕੱਢ ਲਿਆ, ਕਿੰਨਾ ਦੀ ਆਪਣੇ ਲਈ? ਪਹਿਲਾਂ 10 ਲੀਟਰ ਦੁੱਧ ਅਤੇ ਪਾਣੀ ਦਾ ਅਨੁਪਾਤ ਕਿੰਨਾ? 3:2। ਮਿਸ਼ਰਣ ਕਿੰਨਾ ਤੀ ਆਪਣੇ ਲਈ? 13। ਹੁਣ ਇਹਦੇ ਵਿੱਚ 3 ਕੱਢ ਲਿਆ, ਕਿੰਨਾ ਬਚਿਆ? 10। ਅਨੁਪਾਤ ਕਿੰਨਾ ਦਿੱਤਾ ਹੋਇਆ? ਇੱਥੇ 10 ਲੀਟਰ ਆ, ਪਰ ਅਨੁਪਾਤ ਵਿੱਚ ਕਿੰਨਾ ਇਹ? 5। ਜਦੋਂ ਦੋਨਾਂ ਨੂੰ ਸਿੰਪਲ ਕਰਾਂਗੇ, ਇਹਨਾਂ ਨੂੰ ਦੇਖੋ ਅਨੁਪਾਤ ਕਿੰਨਾ? 5। 5 ਕਿਹਦੇ ਬਰਾਬਰ ਆ? 10 ਦੇ। 3 ਕਿੰਨਾ ਆ ਗਿਆ? ਜਦੋਂ ਇਹਨੂੰ ਕਰਾਂਗੇ ਮਿਲਕ ਕਿੰਨਾ ਆ ਗਿਆ? 6 ਲੀਟਰ। ਇਸੇ ਤਰ੍ਹਾਂ ਵਾਟਰ ਕੱਢਾਂਗੇ ਜਦੋਂ ਆਪਾਂ, ਇਹ 4 ਲੀਟਰ ਆ ਗਿਆ। ਠੀਕ ਆ, ਬਟ ਉਸ ਤੋਂ ਬਾਅਦ ਕੀ 3 ਲੀਟਰ ਦੁੱਧ ਨੂੰ 3 ਲੀਟਰ ਦੁੱਧ ਨਾਲ ਬਦਲ ਦਿੱਤਾ ਜਾਂਦਾ। ਜੋ ਹਿੱਸਾ ਕੱਢਿਆ ਗਿਆ ਤੀ, ਇੱਥੇ ਦੇਖੋ 3 ਲੀਟਰ ਕੱਢ ਲਿਆ ਤੀ, ਇਹ ਮਿਸ਼ਰਣ ਕੱਢਿਆ ਤੀ, 3 ਲੀਟਰ ਮਿਸ਼ਰਣ ਕੱਢਿਆ ਤੀ, ਬਾਅਦ 'ਚ ਪਿਓਰ ਦੁੱਧ ਨਾਲ ਬਦਲ ਦਿੱਤਾ ਜਾਂਦਾ ਹੈ। ਜੋ 3 ਲੀਟਰ ਦੁੱਧ ਹੋਰ ਪਾਤਾ ਮਿਸ਼ਰਣ ਵਿੱਚ ਤਾਂ ਦੁੱਧ ਕਿੰਨਾ ਹੋ ਗਿਆ? ਪਹਿਲਾਂ ਦੁੱਧ ਕਿੰਨਾ ਤੀ ਮਿਸ਼ਰਣ ਵਿੱਚ? 6 ਲੀਟਰ। 3 ਲੀਟਰ ਹੋਰ ਐਡ ਕਰਤਾ, ਕਿੰਨਾ ਹੋ ਗਿਆ? 9 ਲੀਟਰ। ਤੇ ਪਾਣੀ ਕੁਛ ਨਹੀਂ ਐਡ ਕੀਤਾ, ਜਿੰਨਾ ਪਹਿਲਾਂ ਤੀ ਉਹੀ ਆ ਸੇਮ। ਹੁਣ ਕਿੰਨਾ ਆ ਗਿਆ ਆਨਸਰ? 9:4। ਬਸ ਇਹਦੇ ਵਿੱਚ ਕੁਛ ਨਹੀਂ ਕਰਨਾ ਤੀ, ਤੁਹਾਨੂੰ ਇਹ ਕੰਸੈਪਟ ਪਤਾ ਹੋਣਾ ਚਾਹੀਦਾ ਸੀ ਵੀ ਜਦੋਂ ਮਿਸ਼ਰਣ ਵਿੱਚ ਆਪਾਂ ਕੋਈ ਵੈਲਿਊ ਕੱਢਦੇ ਹਾਂ, ਤਾਂ ਜਿਹੜਾ ਰੇਸ਼ੀਓ ਹੁੰਦਾ ਉਹ ਚੇਂਜ ਨਹੀਂ ਹੁੰਦਾ। ਜਿਵੇਂ ਪਹਿਲਾਂ ਤੀ ਉਹੀ ਬਾਅਦ 'ਚ ਵੀ ਹੁੰਦਾ। ਠੀਕ ਆ, ਕਿਵੇਂ ਲੱਗ ਰਹੇ ਨੇ ਕੰਸੈਪਟ? ਵਧੀਆ ਲੱਗਣਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ, ਭੈਣ ਭਰਾਵਾਂ ਨਾਲ ਸ਼ੇਅਰ ਜ਼ਰੂਰ ਕਰਿਓ।
ਦੇਖੋ ਅਗਲਾ ਕੁਐਸਚਨ ਕੀ ਕਹਿੰਦਾ, ਸੰਖਿਆ 567 846 ਨਾਲ ਭਾਗਯੋਗ ਨਹੀਂ ਹੈ। ਇਹਦੇ ਵਿੱਚ ਕੀ ਪੁੱਛਿਆ ਗਿਆ, ਜੋ ਇਹ ਵੈਲਿਊ ਦਿੱਤੀ ਹੋਈ ਸੰਖਿਆ ਦਿੱਤੀ ਹੋਈ ਹੈ, ਇਹਨਾਂ ਚਾਰਾਂ ਵਿੱਚੋਂ ਜੋ ਆਪਸ਼ਨ ਨੇ ਕਿਹਦੇ ਨਾਲ ਕੱਟੀ ਨਹੀਂ ਜਾ ਰਹੀ ਇਹ, ਵੀ ਇਹਨਾਂ ਵਿੱਚੋਂ ਕੌਣ ਇਹਨੂੰ ਡਿਵਾਈਡ ਨਹੀਂ ਕਰ ਸਕਦਾ। ਦੇਖੋ 4 ਦਾ ਕੀ ਰੂਲ ਆ, ਜੇ 4 ਨਾਲ ਕੋਈ ਸੰਖਿਆ ਡਿਵਾਈਡ ਹੁੰਦੀ ਆ ਤਾਂ ਉਹਦਾ ਰੂਲ ਕੀ ਆ, 4 ਲਈ ਡਿਵਾਈਡ ਹੋਣ ਲਈ ਪਿਛਲੇ ਲਾਸਟ ਦੋ ਡਿਜਿਟ 4 ਨਾਲ ਡਿਵਾਈਡ ਹੋਣੇ ਚਾਹੀਦੇ ਨੇ। ਇੱਥੇ ਦੇਖੋ 4 ਨਾਲ ਡਿਵਾਈਡ ਕਰਕੇ ਦੇਖੋ, ਹੋ ਰਿਹਾ ਡਿਵਾਈਡ, ਨਹੀਂ ਹੋ ਰਿਹਾ ਨਾ, ਹੋ ਤਾਂ ਨਹੀਂ ਰਿਹਾ, ਨਹੀਂ ਹੋ ਰਿਹਾ। ਇਹ ਸੰਖਿਆ 4 ਨਾਲ ਡਿਵਾਈਡ ਨਹੀਂ ਹੈਗੀ। 3 ਲਈ ਕੀ ਹੋਣਾ ਚਾਹੀਦਾ, 3 ਲਈ ਜੋ ਵੀ ਇਹ ਸੰਖਿਆ ਦਿੱਤੀ ਹੋਈ ਹੈ, ਇਹਦੇ ਇਕੱਲੇ ਡਿਜਿਟ ਨੂੰ ਐਡ ਕਰੋ। ਇਕੱਲੇ ਡਿਜਿਟ ਨੂੰ ਜਦੋਂ ਐਡ ਕਰੋਗੇ ਤਾਂ ਜੋ ਵੀ ਆ ਰਿਹਾ, ਐਡ ਕਰਕੇ ਕੁਝ ਵੀ ਆ ਰਿਹਾ, ਉਹ ਜੇ 3 ਨਾਲ ਡਿਵਾਈਡ ਹੋ ਰਿਹਾ ਤਾਂ ਇਹ ਸੰਖਿਆ 3 ਨਾਲ ਡਿਵਾਈਡ ਹੋਊਗੀ। ਠੀਕ ਆ, ਇਸ ਤਰ੍ਹਾਂ 6 ਨਾਲ, ਪਹਿਲਾਂ 2 ਦਾ ਦੇਖੋ, ਇਸ ਤਰ੍ਹਾਂ 2 ਨਾਲ ਜੇ ਲਾਸਟ ਡਿਜਿਟ, ਜੇ ਇਹ ਲਾਸਟ ਅੰਕ ਸਮਾਂ, ਜੇ ਮੰਨ ਲਓ 0 2 3 2 4 6 8 ਇਸ ਤਰ੍ਹਾਂ ਹੈ ਨਾ, ਤਾਂ ਇਹ 2 ਨਾਲ ਡਿਵਾਈਡ ਹੋਊਗੀ। ਹੁਣ ਦੇਖੋ ਜਿਹੜੀ ਸੰਖਿਆ 2 ਅਤੇ 3 ਨਾਲ 2 ਅਤੇ 3 ਨਾਲ ਡਿਵਾਈਡ ਹੋ ਰਹੀ ਆ, ਉਹ 6 ਨਾਲ ਵੀ ਡਿਵਾਈਡ ਹੋਊਗੀ। ਠੀਕ ਆ, ਸਮਝ ਗਏ। ਬਾਕੀ ਜੇ ਤੁਹਾਨੂੰ ਇਹ ਟੌਪਿਕ ਹੋਰ ਚੰਗੇ ਤਰੀਕੇ ਨਾਲ ਕਰਨਾ ਤਾਂ ਮੈਂ ਪਹਿਲਾਂ ਇਸ ਟੌਪਿਕ 'ਤੇ ਲੈਕਚਰ ਲੈ ਚੁੱਕਿਆ, ਜੋ ਕਿ ਤੁਹਾਨੂੰ ਉੱਪਰ ਆਈ ਬਟਨ 'ਤੇ ਸ਼ੋਅ ਹੋ ਰਿਹਾ ਹੋਣਾ। ਤੁਸੀਂ ਉਸ ਲੈਕਚਰ ਨੂੰ ਦੇਖ ਸਕਦੇ ਹੋ ਅਤੇ ਆਪਣਾ ਕੰਸੈਪਟ ਹੋਰ ਪੱਕਾ ਕਰ ਸਕਦੇ ਹੋ। ਠੀਕ ਆ, ਅਗਲਾ ਕੁਐਸਚਨ ਦੇਖੋ ਅਤੇ ਉਹ ਕੰਸੈਪਟ ਵੀ ਸਿੱਖੋ। ਪੜ੍ਹੋ ਪਹਿਲਾਂ ਇਹਨੂੰ ਧਿਆਨ ਨਾਲ। ਜੇਕਰ ਇੱਕ ਆਇਤ ਦੀ ਲੰਬਾਈ ਜਾਂ ਤਾਂ x ਜੋੜ 3y ਜਾਂ 13 ਹੈ ਅਤੇ ਇਸ ਦੀ ਚੌੜਾਈ 3x ਜੋੜ y ਜਾਂ 7 ਹੈ ਤਾਂ y ਦਾ ਮੁੱਲ ਪਤਾ ਕਰੋ। ਇਹ ਕੁਐਸਚਨ ਕੀ ਆ, ਬਸ ਇਹ ਕੁਛ ਨਹੀਂ, ਬਸ ਤੁਹਾਨੂੰ ਸਿੰਪਲ ਇਹਦੇ ਵਿੱਚ ਜੋੜ ਘਟਾਓ ਗੁਣਾ ਕਰਨੀ ਆਉਣੀ ਚਾਹੀਦੀ ਆ, ਬਸ ਹੋਰ ਕੁਛ ਨਹੀਂ ਕਰਨਾ, ਤੁਹਾਨੂੰ ਜੋੜ ਘਟਾਓ ਆਉਣਾ ਚਾਹੀਦਾ ਸਿੰਪਲ। ਬਸ ਦੇਖੋ ਕਿਵੇਂ, x ਜੋੜ 3y ਕਿਹਦੇ ਬਰਾਬਰ ਦਿੱਤਾ ਹੈ, 13 ਦੇ। ਇਸੇ ਤਰ੍ਹਾਂ 3x ਤੇ ਜੋੜ y, ਇਹ ਕਿਹਦੇ ਬਰਾਬਰ ਦਿੱਤਾ ਹੈ, 7 ਦੇ। ਹੁਣ ਦੇਖੋ ਪੁੱਛਿਆ ਕੀ ਗਿਆ, y ਦਾ ਮੁੱਲ ਪੁੱਛਿਆ ਗਿਆ। ਜੇ ਆਪਾਂ x ਨੂੰ ਇੱਥੇ ਦੇਖੋ, x ਇੱਥੇ 3x, ਜੇ ਇਹਨਾਂ ਦੋਨਾਂ ਨੂੰ ਬਰਾਬਰ ਕਰ ਦਈਏ ਤਾਂ ਆਪਾਂ x ਨੂੰ ਕੱਟ ਸਕਦੇ ਹਾਂ ਨਾ। ਆਪਾਂ ਬਰਾਬਰ ਕਰਨ ਲਈ ਕੀ ਕਰਾਂਗੇ, ਜੇ ਇੱਥੇ ਵੀ ਆਪਾਂ 3 ਨਾਲ ਗੁਣਾ ਕਰ ਦਈਏ ਸਾਰੀ ਵੈਲਿਊ ਨੂੰ, ਇਹਨੂੰ 3 ਨਾਲ ਗੁਣਾ ਕਰ ਦਈਏ ਤਾਂ ਇਹ ਬਰਾਬਰ ਹੋ ਜੂ ਨਾ। ਦੇਖੋ ਗੁਣਾ ਕਰਕੇ ਕੀ ਆ ਜਾਊਗਾ, ਜਦੋਂ ਇਹਨੂੰ ਸਾਰੀ ਕਿਤੇ ਗੁਣਾ ਇਹਦੇ ਨਾਲ ਇੱਥੇ ਗੁਣਾ ਕਰਾਂਗੇ, ਕਿੰਨਾ ਹੋ ਜਾਊਗਾ, 3x ਜੋੜ 9y। ਇਸੇ ਤਰ੍ਹਾਂ ਇੱਥੇ ਕਰਾਂਗੇ 39, 13 ਤੀਆ 39। ਹੁਣ ਅੱਗੇ ਦੇਖੋ, ਬਾਈ ਨੂੰ ਛੱਡ ਦਿਓ, ਹੁਣ ਇੱਥੇ ਇਹਨੂੰ ਭੁੱਲ ਜਾਓ। ਹੁਣ ਇਹਨਾਂ ਦੋਨਾਂ ਨੂੰ ਮਾਈਨਸ ਕਰੋ, ਇਹਨਾਂ ਦੋਨਾਂ ਨੂੰ ਦੇਖੋ, ਇਹ ਤਾਂ ਜੋੜ ਦਾ, ਜਦੋਂ ਕੋਈ ਵੀ ਨਿਸ਼ਾਨ ਨਾ ਹੋਵੇ ਅੱਗੇ, ਕੁਛ ਵੀ ਨਾ ਹੋਵੇ ਅੱਗੇ, ਤਾਂ ਉੱਥੇ ਕੀ ਹੁੰਦਾ, ਹਮੇਸ਼ਾ ਜੋੜ ਹੁੰਦਾ, ਇਹ ਤਾਂ ਪਤਾ ਹੀ ਆ। ਪਲੱਸ ਮਾਈਨਸ, ਇਹ ਕੀ ਕੱਟਿਆ ਜਾਊਗਾ, ਇੱਥੇ 9y ਵਿੱਚੋਂ 8y, 9y ਵਿੱਚੋਂ 1y ਗਿਆ, ਕਿ ਕਿੰਨਾ ਰਹਿ ਗਿਆ, 8y, ਇੱਥੇ 32। ਹੁਣ ਇੱਥੇ ਕੋਈ ਆ ਜਾਂਦਾ ਨਹੀਂ ਵੀ ਮਾਈਨਸ ਦਾ ਆ ਰਿਹਾ, ਇੱਥੇ ਜੇ ਇੱਥੇ ਮਾਈਨਸ ਦਾ ਆ ਰਿਹਾ ਫਿਰ ਇੱਥੇ ਮਾਈਨਸ ਦਾ, ਮਾਈਨਸ ਨਾਲ ਮਾਈਨਸ ਕੱਟਿਆ ਗਿਆ, y ਕਿੰਨਾ ਆ ਗਿਆ, y ਆ ਗਿਆ
4 ਇਹਨੂੰ ਕੱਟ ਦੋਗੇ ਜਦੋਂ 4 ਆ ਗਿਆ, ਆਂਸਰ ਕਿੰਨਾ ਆ ਗਿਆ 4। y ਕਿੰਨਾ 4। ਠੀਕ ਹੈ, ਇਹਦੇ ਵਿੱਚ ਕੁਛ ਨਹੀਂ ਕਰਨਾ ਤੀ, ਬਸ ਜੋੜ ਘਟਾਓ ਹੀ ਤੀ, ਸਿੰਪਲ। ਅਗਲਾ ਕੁਐਸਚਨ ਦੇਖੋ, ਇਹ ਬਹੁਤ ਵਧੀਆ ਕੁਐਸਚਨ ਆ। ਇੱਕ ਸਮ 6 ਭੁਜ ਦਾ ਖੇਤਰਫਲ ਕਿੰਨਾ ਹੈ ਜਿਸ ਦੀ ਹਰ ਭੁਜਾ ਦੀ ਲੰਬਾਈ 2√3 ਹੈ। 6 ਭੁਜ ਪਤਾ ਕੀ ਹੁੰਦੀ ਆ? ਦੇਖੋ ਸਭ ਤੋਂ ਪਹਿਲਾਂ 6 ਭੁਜ ਦੇਖੋ, ਡਾਇਗ੍ਰਾਮ ਥੋੜੀ ਜਿਹੀ ਵਧੀਆ ਨਹੀਂ ਬਣਿਆ ਇਹ, ਸੌਰੀ, ਦੇਖੋ ਦੁਬਾਰਾ ਦੇਖੋ, ਦੁਬਾਰਾ ਦੇਖੋ ਯਾਰ। ਚਲੋ ਠੀਕ ਆ, 6 ਭੁਜ ਇਦਾਂ ਦੀ ਹੁੰਦੀ ਆ, ਠੀਕ ਆ। ਤੇ ਇੱਕ ਇੱਥੇ ਦੇਖੋ, ਇੱਕ ਟ੍ਰਾਇੰਗਲ ਹੁੰਦੀ ਆ ਸਮਭੁਜ, ਇਕੁਈਲੇਟਰਲ, ਪਤਾ ਸਾਰਿਆਂ ਨੂੰ। ਇਕੁਈਲੇਟਰ ਕਿਉਂ ਕਹਿੰਦੇ ਆਪਾਂ ਇਹਨੂੰ? ਇਹ ਤਿੰਨੋਂ ਸਾਈਡ ਬਰਾਬਰ ਹੁੰਦੇ ਨੇ, ਜਿਹੜਾ ਇਹ ਸਾਈਡ ਤਿੰਨੋਂ ਸਾਈਡ ਬਰਾਬਰ ਹੁੰਦੇ ਨੇ। ਇਸ ਦਾ ਏਰੀਆ ਕੀ ਹੁੰਦਾ? ਏਰੀਆ ਕੀ ਹੁੰਦਾ? √3 a ਸਕੁਅਰ ਅਪੋਨ 4/4। ਇੱਥੇ ਆ ਜਾਓ, ਹੁਣ ਦੇਖੋ, ਹੁਣ ਇਹਦੇ ਵਿੱਚ ਗਿਣਤੀ ਕਰੋ ਕਿੰਨੇ ਟ੍ਰਾਇੰਗਲ ਬਣ ਰਹੇ ਨੇ, ਦੇਖੋ ਕਿੰਨੇ ਤੇ ਕੌਣ ਬਣ ਰਹੇ ਨੇ, 1 2 3 4 5 6, ਕਿੰਨੇ ਬਣ ਰਹੇ ਨੇ 6। ਇਹਦੇ ਵਿੱਚ ਜਿੰਨੇ ਵੀ ਤ੍ਰਿਕੋਣ ਬਣਨਗੇ ਸਮ 6 ਭੁਜ ਵਿੱਚ, ਉਹ ਵੀ ਇਕੁਈਲੇਟਰਲ ਹੁੰਦੇ ਨੇ, ਸਮਭੁਜ ਹੁੰਦੇ ਨੇ। ਇਹ ਤਿੰਨੋਂ ਭੁਜਾਵਾਂ ਬਰਾਬਰ ਹੀ ਹੁੰਦੀਆਂ ਨੇ, ਤਿੰਨੋਂ ਭੁਜਾਵਾਂ ਬਰਾਬਰ ਹੁੰਦੀਆਂ ਨੇ। ਇਹਦਾ ਏਰੀਆ ਫਿਰ ਕੀ ਆ ਜਾਊਗਾ? ਇਹਦੇ ਵਿੱਚ 6 ਬਣ ਰਹੇ ਨੇ, ਫਿਰ ਆਪਾਂ ਕੀ ਕਰਾਂਗੇ, ਇਹਨੂੰ 6 ਨਾਲ ਗੁਣਾ ਕਰ ਦਿਓ ਏਰੀਆ ਕੱਢਣ ਲਈ। ਇਹਦਾ ਕਿੰਨਾ ਆ ਗਿਆ ਹੁਣ ਏਰੀਆ ਇਹਦਾ? ਇਹ ਕੱਟਿਆ ਗਿਆ 2 ਤੇ, ਫਾਰਮੂਲਾ ਕੀ ਆ ਗਿਆ? √3 a ਸਕੁਅਰ ਅਪੋਨ 2 × 3। ਜੇ ਤੁਸੀਂ ਮੈਨੂੰ ਚੰਗੀ ਤਰ੍ਹਾਂ ਸਪੋਰਟ ਕਰੋਗੇ, 2D 3D ਸਾਰੀ ਚੈਪਟਰ ਕਰਾਵਾਂਗਾ, ਤੇ ਤੁਹਾਨੂੰ ਗਰੰਟੀ ਨਾਲ ਕਹਿਣਾ ਵੀ ਤੁਹਾਨੂੰ ਕੰਸੈਪਟ ਰੱਟਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਫਾਰਮੂਲੇ ਰੱਟਣੇ ਨਹੀਂ ਪੈਣਗੇ, ਤੁਹਾਨੂੰ ਸਮਝਾਊਂਗਾ ਮੈਂ, ਸਮਝ ਕੇ ਤੁਸੀਂ ਆਪ ਹੀ ਕਰੋਗੇ, ਫਾਰਮੂਲੇ ਅੱਗੇ ਅੱਗੇ ਬਣਾਓਗੇ। ਬਾਕੀ ਜੇ ਤੁਸੀਂ ਚੈਪਟਰ ਪੜ੍ਹਨਾ ਚਾਹੁੰਦੇ ਹੋ ਵਿੱਚ ਦੱਸਿਓ। ਕੀ ਆ ਗਿਆ ਫਾਰਮੂਲਾ ਆਪਣਾ? √3 a ਸਕੁਅਰ × 3/2। ਹੁਣ ਆ ਜਾਓ, a ਦਾ ਮਤਲਬ ਕੀ ਆ? ਭੁਜਾ। ਭੁਜਾ ਕਿੰਨੀ ਦਿੱਤੀ ਆ? a। ਇਹ ਕਿਹਦੇ ਬਰਾਬਰ ਆ? 2√3 √3 a ਸਕੁਅਰ, a ਸਕੁਅਰ 4 × 3। ਜਦੋਂ ਆਪਾਂ ਇਹਨੂੰ ਸਕੁਅਰ ਕਰਾਂਗੇ ਇਹਦਾ, ਤਾਂ ਇਹਨੂੰ ਦੇਖੋ 4, ਇਹਦੇ ਵਿੱਚੋਂ 3 ਆ ਜਾਊਗਾ, 4 × 3 ਹੋ ਗਿਆ ਨਾ। ਹੁਣ ਇੱਥੇ 3 × 2, ਹੁਣ ਇਹਨੂੰ ਕੱਟ ਦਿਓ, 2 √3, ਬਾਕੀ ਕਿੰਨਾ ਆ ਗਿਆ ਇਹ? 3 ਦੂਣੀ 6, 6 ਤੀਆ 18। ਆਪਸ਼ਨ ਵਿੱਚ ਦੇਖੋ ਹੈ ਕਿਤੇ √18 √3, ਆਪਸ਼ਨ ਕਿਹੜਾ? ਆਪਸ਼ਨ 2। ਸਮਝ ਰਹੇ ਹੋ ਕੰਸੈਪਟ? ਇਸੇ ਤਰ੍ਹਾਂ ਕੰਸੈਪਟ ਨੇ ਮੇਰੇ ਕੋਲ, ਬਸ ਤੁਸੀਂ ਸਪੋਰਟ ਕਰੋ। ਆ ਜਾਓ ਹੁਣ ਅਗਲੇ ਕੁਐਸਚਨ ਤੇ। ਪਹਿਲਾਂ ਇਹ ਦੱਸੋ, ਤੁਹਾਨੂੰ ਰੱਟਣ ਦੀ ਲੋੜ ਪਈ ਆ? ਤੁਸੀਂ ਕੀ ਕੀਤਾ? ਤੁਸੀਂ ਇੱਥੇ ਫਾਰਮੂਲਾ ਰੱਟਿਆ ਨਹੀਂ, ਸਿੱਖਿਆ, ਸਮਝਿਆ ਇਹਨੂੰ ਧਿਆਨ ਨਾਲ। ਜਿਸ ਤਰ੍ਹਾਂ ਮੈਂ ਤੁਹਾਨੂੰ ਹੋਰ ਸਾਰੇ ਫਾਰਮੂਲੇ ਸਮਝਾ ਕੇ ਕਰਾਊਂਗਾ, ਤੁਹਾਨੂੰ ਰੱਟਣ ਦੀ ਲੋੜ ਨਹੀਂ ਪੈਣੀ। ਜੇ ਕਹੂੰ ਤਾਂ ਮੈਂ ਤੁਹਾਨੂੰ ਇੱਕ ਫਾਰਮੂਲੇ ਬੇਸ ਤੇ ਲੈਕਚਰ ਕਰਾ ਸਕਦਾ, ਜੇ ਤੁਸੀਂ ਸਪੋਰਟ ਕਰੋਗੇ। ਜੇ ਤੁਹਾਨੂੰ ਉਹ ਲੈਕਚਰ ਚਾਹੀਦਾ ਤਾਂ ਤੁਸੀਂ ਕਮੈਂਟ ਵਿੱਚ ਦੱਸੋ, ਮੈਂ ਤੁਹਾਨੂੰ ਸਾਰੇ ਫਾਰਮੂਲੇ
ਸਮਝਾ ਕੇ ਯਾਦ ਕਰਾਵਾਂਗੇ, ਤੁਹਾਨੂੰ ਰੱਟਣੇ ਨਹੀਂ ਪੈਣਗੇ। ਠੀਕ ਹੈ, ਤੁਸੀਂ ਕਮੈਂਟ ਵਿੱਚ ਦੱਸਿਓ। ਇੱਥੇ ਆ ਜਾਓ ਹੁਣ। ਜੇਕਰ ਕਿਸੇ ਧਨ ਰਾਸ਼ੀ ਤੇ CI ਮਿਸ਼ਰਤ ਵਿਆਜ ਕੰਪਾਊਂਡ ਇੰਟਰਸਟ ਅਤੇ SI ਸਿੰਪਲ ਇੰਟਰਸਟ ਜਾਂ ਫਿਰ ਸਧਾਰਨ ਵਿਆਜ, ਅੰਤਰ ਕਿੰਨਾ ਇਹਨਾਂ ਦਾ? ਅੰਤਰ 38 ਹੈ ਅਤੇ CI ਅਤੇ SI ਦਾ ਕੁੱਲ ਜੋੜ 160 ਹੈ, ਤਾਂ CI ਅਤੇ SI ਦਾ ਗੁਣਨਫਲ ਕਿੰਨਾ ਹੋਵੇਗਾ? ਇੱਥੇ ਵੀ ਬਸ ਸਿੰਪਲ ਜੋੜ ਘਟਾਓ ਗੁਣਾ, ਜਿਵੇਂ ਪਹਿਲਾਂ ਆਪਾਂ ਕਰਕੇ ਆਏ ਹਾਂ। CI ਅਤੇ SI ਦਾ ਅੰਤਰ ਕਿੰਨਾ ਦਿੱਤਾ ਹੋਇਆ? 38। CI ਅਤੇ SI ਦਾ ਜੋੜ ਕਿੰਨਾ ਦਿੱਤਾ ਹੋਇਆ? 160। ਇੱਥੇ ਦੇਖੋ, ਇੱਥੇ ਬਰਾਬਰ ਨੇ ਨਾ, ਕੁਛ ਨਹੀਂ ਬਰਾਬਰ ਕਰਨ ਦੀ ਲੋੜ ਇਹਨਾਂ ਨੂੰ। ਇੱਥੇ ਮਾਈਨਸ ਦਾ, ਇੱਥੇ ਪਲੱਸ ਦਾ, ਇਹ ਕੱਟਿਆ ਗਿਆ। 2 CI ਬਰਾਬਰ ਇਹਨਾਂ ਦੋਨੋਂ ਨੂੰ ਐਡ ਕਰ ਦਿਓ, ਜੋੜ ਕਰ ਦਿਓ 198। CI ਕਿੰਨਾ ਆ ਗਿਆ? 99 ਆ ਗਿਆ। ਨਹੀਂ, ਇਸੇ ਤਰ੍ਹਾਂ ਇੱਥੇ ਦੁਬਾਰਾ ਜਦੋਂ ਕਰੋਗੇ CI SI, CI ਕਿੰਨਾ ਆਇਆ? 99। ਹੁਣ ਇਹਨਾਂ ਨੂੰ ਮਾਈਨਸ ਕਰ ਦਿਓ, ਮਾਈਨਸ ਤੇ ਪਲੱਸ, ਇਹ ਕੱਟਿਆ ਗਿਆ, ਮਾਈਨਸ ਮਾਈਨਸ ਇਹ ਪਲੱਸ ਹੋ ਜਾਊਗਾ। 2 SI ਬਰਾਬਰ, ਇਹਦੇ ਵਿੱਚ ਮਾਈਨਸ ਕਰਾਂਗੇ 2 2 ਤੇ 1। SI ਕਿੰਨਾ ਆ ਗਿਆ? 61। ਹੁਣ ਇਹਨਾਂ ਦਾ ਗੁਣਨਫਲ, ਇਹਨਾਂ ਨੂੰ ਗੁਣਾ ਕਰ ਦਿਓ 99 into 61। ਇਹਨਾਂ ਸਿੰਪਲ ਗੁਣਾ ਕਰ ਲਓ, ਨਹੀਂ ਤੁਸੀਂ ਐਵੇਂ ਵੀ ਲਿਖ ਸਕਦੇ ਹੋ, 61 ਗੁਣਾ 100 ਮਾਈਨਸ 1 ਕਿੰਨਾ ਆ ਗਿਆ? 61 100, ਉਹਦੇ ਵਿੱਚ 61 ਨੂੰ ਮਾਈਨਸ ਕਰ ਦਿਓ, 9 9 ਦੇ ਵਿੱਚੋਂ 6 ਗਏ 3 0 6 60 39। ਆਪਸ਼ਨ ਕਿਹੜਾ? ਪਹਿਲਾ। ਠੀਕ ਆ, ਚੰਗੀ ਤਰ੍ਹਾਂ ਸਮਝ ਲੱਗ ਰਹੀ ਆ ਕਿਵੇਂ ਨੇ ਕੰਸੈਪਟ ਤੁਸੀਂ ਲਾਈਕ ਕਰਕੇ ਦੱਸਿਓ, ਜਿੰਨੇ ਤੁਹਾਡੇ ਲਾਈਕ ਹੋਣਗੇ ਮੈਂ ਆਪੇ ਸਮਝ ਜਾਵਾਂਗੇ ਵੀ ਤੁਹਾਨੂੰ ਕੰਸੈਪਟ ਸਮਝ ਲੱਗ ਰਹੇ ਨੇ ਤੇ ਤੁਹਾਨੂੰ ਚੰਗੇ ਲੱਗ ਰਹੇ ਨੇ। ਆ ਜਾਓ ਹੁਣ ਅਗਲੇ ਕੁਐਸਚਨ ਤੇ। ਇਹ ਕੁਐਸਚਨ ਕੀ ਕਹਿੰਦਾ? ਇੱਕ ਦਫ਼ਤਰ ਵਿੱਚ ਸਾਰੇ ਕਰਮਚਾਰੀਆਂ ਦੀ ਸੰਖਿਆ ਦੇ ਬਰਾਬਰ ਪੈਸੇ ਜਮ੍ਹਾਂ ਕਰਾਉਂਦੇ ਹਨ। ਕੁਐਸਚਨ ਵੀ ਕੀ ਸਮਝਣਾ? ਸਾਰੇ ਕਰਮਚਾਰੀਆਂ ਦੀ ਸੰਖਿਆ ਦੇ ਬਰਾਬਰ ਪੈਸੇ ਜਮ੍ਹਾਂ ਕਰਾਉਂਦੇ ਹਨ, ਪੈਸੇ ਜਮ੍ਹਾਂ ਕਰਾਉਂਦੇ ਨੇ। ਜੇਕਰ ਕੁੱਲ ਇਕੱਤਰ ਹੋਈ ਰਾਸ਼ੀ 81 ਹੈ, 81 ਕੀ ਆ? ਰੁਪਏ। ਇੱਥੇ ਕੀ ਦਿੱਤਾ? ਪੈਸੇ। ਤਾਂ ਦਫ਼ਤਰ ਵਿੱਚ ਕਰਮਚਾਰੀਆਂ ਦੀ ਸੰਖਿਆ ਕਿੰਨੀ ਹੈ? ਇਸ ਲਈ ਤੁਹਾਨੂੰ ਕਿਹਾ ਵੀ ਕੁਐਸਚਨ ਤੁਸੀਂ ਚੰਗੀ ਤਰ੍ਹਾਂ ਪੜ੍ਹੋ, ਕੁਐਸਚਨ ਵਿੱਚ ਹੀ ਹੱਲ ਹੁੰਦਾ। ਠੀਕ ਆ, ਕਰਮਚਾਰੀ ਕਿੰਨੇ ਨੇ? ਕਰਮਚਾਰੀ ਮੰਨ ਲਓ X ਨੇ, X ਤੇ ਉਹਨਾਂ ਨੇ ਰਾਸ਼ੀ ਕਿੰਨੀ ਦਿੱਤੀ ਹੋਈ? ਕਰਮਚਾਰੀਆਂ ਦੇ ਬਰਾਬਰ X। ਉਹਨਾਂ ਨੇ ਕਿੰਨੀ ਦਿੱਤੀ ਹੈ? ਪੈਸੇ ਦਿੱਤੇ ਨੇ X, ਬਟ ਆਪਣੇ ਲਈ ਕਿੰਨੀ ਹੈ? 81 ਰੁਪਏ। ਜੇ ਇਹਨੂੰ ਪੈਸਿਆਂ ਵਿੱਚ ਬਦਲਾਂਗੇ 100 ਨਾਲ ਗੁਣਾ ਕਰ ਦਾਂਗੇ, ਹੁਣ X ਸਕੁਅਰ ਕਿਹਦੇ ਬਰਾਬਰ ਹੋ ਗਿਆ? 81 100 ਦੇ। ਜਦੋਂ ਆਪਾਂ ਰੂਟ ਕਰਾਂਗੇ ਇਹਦਾ 81 100 ਨੂੰ ਰੂਟ ਕਰਾਂਗੇ, ਆਪਾਂ ਕੀ ਲਿਖ ਸਕਦੇ ਹਾਂ? 9 ਗੁਣਾ 9 10 ਗੁਣਾ 10। ਇਹਦੇ ਵਿੱਚ ਦੇਖੋ ਰੂਟ ਦਾ ਮਤਲਬ ਕੀ ਹੁੰਦਾ? ਵੀ ਜੋ ਵੀ 2 ਵਾਰ
ਹੁੰਦਾ ਉਹਦੇ ਵਿੱਚ ਇੱਕ ਵਾਰ ਬਾਹਰ ਆ ਜਾਂਦਾ। 9 ਦੋ ਵਾਰੀ ਆ, ਇੱਕ 9 ਆ ਗਿਆ ਅਤੇ ਇੱਕ 10 ਆ ਗਿਆ। ਐਕਸ ਕਿੰਨਾ ਆ ਗਿਆ 90। ਐਕਸ ਕੀ ਤੀ ਕਰਮਚਾਰੀ। ਆਂਸਰ ਕਿੰਨਾ ਆਇਆ ਆਪਣਾ 90। ਠੀਕ ਹੈ ਜੀ। ਇਹ ਕੁਐਸਚਨ ਹਰੇਕ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਇੱਦਾਂ ਦੇ ਕੰਸੈਪਟ, ਤੁਸੀਂ ਪੱਕੇ ਕਰ ਲਿਓ। ਹੁਣ ਆ ਜਾਓ ਅਗਲੇ ਕੁਐਸਚਨ ਤੇ। ਇਹ ਕੀ ਕਹਿੰਦਾ ਕੁਐਸਚਨ, 8 ਜੋੜ ਰੂਟ 39, 8 ਪਲੱਸ ਰੂਟ 39 ਬਰੈਕਟ ਬੰਦ 8 ਮਾਈਨਸ ਰੂਟ 39 ਦਾ ਵਰਗਮੂਲ ਕੀ ਹੈ। ਪਹਿਲਾਂ ਇਹਨੂੰ ਦੇਖੋ, ਇਹਨੂੰ ਦੇਖ ਕੇ ਕੋਈ ਤੁਹਾਨੂੰ ਫਾਰਮੂਲਾ ਯਾਦ ਆ ਰਿਹਾ। ਇਹਨੂੰ ਮੰਨ ਲਓ a ਆ, ਇਹਨੂੰ b ਮੰਨ ਲਓ, ਇਹ a ਮਾਈਨਸ b। ਕੁਛ ਯਾਦ ਆ ਰਿਹਾ? ਹੁਣ ਦੇਖੋ, ਹੁਣ ਆਊਗਾ ਯਾਦ ਤੁਹਾਨੂੰ, a ਸਕੁਅਰ ਮਾਈਨਸ b ਸਕੁਅਰ ਕਿਹਦੇ ਬਰਾਬਰ ਹੁੰਦਾ ਇਹ, a ਪਲੱਸ b ਦੇ, a ਮਾਈਨਸ b ਦੇ। ਹੁਣ ਯਾਦ ਆਇਆ? ਹੁਣ ਸਾਰੇ ਕਹਿ ਰਹੇ ਹੋਣਗੇ ਹਾਂਜੀ ਹਾਂ ਸਾਨੂੰ ਪਤਾ ਆਉਂਦਾ, ਸਾਨੂੰ ਦੇਖਿਆ ਹੋਇਆ ਸੀ। ਦੇਖੋ a ਕੀ ਆ 8, 8 ਦਾ ਸਕੁਅਰ ਕਿੰਨਾ ਹੋਊਗਾ 64, b ਦਾ ਸਕੁਅਰ 39, ਦੋਨੋਂ ਨੂੰ ਮਾਈਨਸ ਕਰਕੇ ਕਿੰਨਾ ਆ ਗਿਆ 25। ਇਹਦਾ ਕੀ ਪੁੱਛਿਆ ਵਰਗਮੂਲ, ਜਦੋਂ ਆਪਾਂ ਇਹਦਾ ਰੂਟ ਕਰਾਂਗੇ ਵਰਗਮੂਲ ਤਾਂ ਕਿੰਨਾ ਆ ਗਿਆ 5। ਆਂਸਰ ਕੀ ਆ 5। ਠੀਕ ਹੈ ਜੀ। ਇਹ ਤਾਂ ਨੋਰਮਲ ਕੁਐਸਚਨ ਸੀ, ਇਹ ਤਾਂ ਸਮਝ ਗਏ ਹੋਣੇ ਸਾਰੇ। ਅਗਲਾ ਕੁਐਸਚਨ ਕੀ ਹੈ ਇਹ ਕਿਹੜੇ ਟੌਪਿਕ ਦਾ ਕੁਐਸਚਨ ਆ, SI ਸਿੰਪਲ ਇੰਟਰਸਟ ਵਿਆਜ। ਇੱਕ ਰਾਸ਼ੀ ਉੱਤੇ 5 ਸਾਲਾਂ ਵਿੱਚ 9% ਸਾਲਾਨਾ ਦੀ ਦਰ ਨਾਲ ਕੁੱਲ 3825 ਦਾ ਕਿੰਨੇ ਦਾ 3825 ਦਾ ਸਧਾਰਨ ਵਿਆਜ ਕੀ ਦਿੱਤਾ ਹੈ SI ਸਿੰਪਲ ਇੰਟਰਸਟ ਪ੍ਰਾਪਤ ਹੁੰਦਾ। ਮੂਲ ਧਨ ਰਾਸ਼ੀ ਪ੍ਰਿੰਸੀਪਲ ਪਤਾ ਕਰਨਾ ਆਪਾਂ, ਇਹ ਤਾਂ ਬੇਸਿਕ ਤੁਹਾਨੂੰ ਪਤਾ ਹੀ ਹੋਣਾ ਵੀ SI ਦਾ ਫਾਰਮੂਲਾ ਕੀ ਹੁੰਦਾ, ਸਿੰਪਲ ਇੰਟਰਸਟ ਦਾ PRT upon 100। ਹੁਣ ਮੇਰਾ ਤਰੀਕਾ ਦੇਖੋ, ਕੰਸੈਪਟ ਇਸ ਲਈ ਕਹਿਣਾ ਵੀ ਜੇ ਮੇਰੇ ਨਾਲ ਪੜ੍ਹੋਗੇ ਤੁਸੀਂ ਤਾਂ ਤੁਸੀਂ ਕੁਛ ਨਵੇਂ ਤਰੀਕੇ ਸਿੱਖੋਗੇ। ਮੈਂ ਕੀ ਕਹਿਣਾ SI ਕਿਹਦੇ ਬਰਾਬਰ ਹੁੰਦਾ, SI ਬਰਾਬਰ ਹੁੰਦਾ ਸਿੰਪਲ ਇੰਟਰਸਟ ਰੇਟ ਇਨਟੂ ਟਾਈਮ। ਰੇਟ ਕਿੰਨਾ ਦਿੱਤਾ ਹੈ 9 ਟਾਈਮ 5। ਦੇਖੋ ਕਿਵੇਂ, ਸਾਲਾਨਾ ਦਰ ਨਾਲ ਸਧਾਰਨ ਵਿਆਜ ਕਿੰਨਾ ਦਿੱਤਾ ਹੈ 3825, ਕਿਹਦੇ ਬਰਾਬਰ ਆ 9 ਗੁਣਾ 45। ਪ੍ਰਿੰਸੀਪਲ ਕੀ ਹੁੰਦਾ, ਪ੍ਰਿੰਸੀਪਲ ਹੁੰਦਾ 100। ਪ੍ਰਿੰਸੀਪਲ ਨੂੰ ਹਮੇਸ਼ਾ ਤੁਸੀਂ 100 ਮੰਨਣਾ, ਨਹੀਂ ਇਹਦੇ ਨਾਲ ਕੱਟ ਦਿਓ। ਇਹ ਕਿੰਨਾ ਆ ਗਿਆ ਇਹ 9 ਚੌਕਾ 36 2 ਤੇ 9 ਦੂਣੀ 18 5 ਨਾਲ 45। ਇਹ ਕਿੰਨਾ ਆ ਗਿਆ 8 ਚੌਕਾ 40 ਤੇ 2 85। ਪ੍ਰਿੰਸੀਪਲ ਪਤਾ ਕਰਨਾ ਆਪਾਂ, ਬਸ ਸਿੰਪਲ ਪ੍ਰਿੰਸੀਪਲ ਇਹਦੇ ਵਿੱਚ ਗੁਣਾ ਕਰ ਦਿਓ, ਕਿੰਨਾ ਗਿਆ ਆਂਸਰ 8500। ਬਾਕੀ ਤੁਸੀਂ ਆਪਦੇ ਤਰੀਕੇ ਨਾਲ ਕਰਨਾ ਤਾਂ ਤੁਸੀਂ ਕਰ ਸਕਦੇ ਹੋ, ਮੈਂ ਤੁਹਾਨੂੰ ਇੱਥੇ ਦੱਸਤਾ SI ਕੀ ਆ 3825, ਪ੍ਰਿੰਸੀਪਲ ਪਤਾ ਕਰਨਾ, ਰੇਟ ਦਿੱਤਾ ਹੋਇਆ 9% ਟਾਈਮ 5 ਸਾਲ ਤੇ ਗੁਣਾ 100। ਠੀਕ ਹੈ ਜੀ। ਬਾਕੀ ਤੁਸੀਂ ਜੇ ਇਸ ਕੰਸੈਪਟ ਨਾਲ ਕਰੋਗੇ ਤਾਂ ਤੁਹਾਡੇ ਕੁਐਸਚਨ ਛੇਤੀ ਹੱਲ ਹੋਣਗੇ। ਠੀਕ ਹੈ, ਹੁਣ ਅਗਲਾ ਕੁਐਸਚਨ ਦੇਖੋ। ਅਗਲਾ ਕੁਐਸਚਨ ਕੀ ਹੈ, ਕਿਹੜੇ ਟੌਪਿਕ ਦਾ ਅਗਲਾ ਕੁਐਸਚਨ ਹੈ, ਕਿਹੜੇ ਟੌਪਿਕ ਦਾ, ਮੈਂ ਤੁਹਾਨੂੰ ਇਹ ਟੌਪਿਕ ਪਹਿਲਾਂ ਕਰਾ ਚੁੱਕਿਆ। ਕਿਹੜੇ ਟੌਪਿਕ ਦਾ ਇਹ, ਰੇਸ਼ੀਓ ਐਂਡ ਪ੍ਰਪੋਰਸ਼ਨ ਕੀ ਆ 15 ਹਫ਼ਤਿਆਂ ਅਤੇ 150 ਦਿਨਾਂ ਦਾ ਅਨੁਪਾਤ ਕੀ ਹੈ।
ਇਹ ਟੌਪਿਕ ਮੈਂ ਪਹਿਲਾਂ ਕਰਾਇਆ ਤਾਂ ਕਰਕੇ ਜ਼ਿਆਦਾ ਟਾਈਮ ਨਹੀਂ ਲੈਣਾ। ਬੇਸਿਕ ਵਿੱਚ ਮੈਂ ਤੁਹਾਨੂੰ ਦੱਸਿਆ ਸੀ, ਜਦੋਂ ਆਪਾਂ ਰੇਸ਼ੀਓ ਕੱਢਣਾ, ਜੋ ਵੀ ਵੈਲਿਊ ਦਿੱਤੀ ਹੈ ਰੇਸ਼ੀਓ ਕੱਢਣਾ, ਉਹਨਾਂ ਦੇ ਜੋ ਵੀ ਇਹ ਮਾਤਰਾ ਇਹਦੇ ਵਿੱਚ ਦੇਖੋ, ਹਫ਼ਤੇ ਇੱਥੇ ਦਿਨ, ਇਹਨਾਂ ਨੂੰ ਬਰਾਬਰ ਕਰੋ ਪਹਿਲਾਂ। 15 ਆਸਾਨ ਕੀ ਰਹੂਗਾ ਤੁਹਾਡੇ ਲਈ, ਇਹਨੂੰ ਦਿਨਾਂ ਵਿੱਚ ਚੇਂਜ ਕਰ ਲਓ। 15 ਗੁਣਾ 7 ਰੇਸ਼ੀਓ ਜਾਂ ਫਿਰ ਬਰਾਬਰ ਪਾ ਲਓ 150। ਬਸ ਸਿੰਪਲ ਇਹਨਾਂ ਨੂੰ ਕੱਟ ਦਿਓ, ਕਿੰਨਾ ਆ ਗਿਆ 7 ਰੇਸ਼ੀਓ 10। ਕਿਹੜਾ ਆਪਸ਼ਨ 4। ਬਾਕੀ ਜੇ ਤੁਹਾਨੂੰ ਇਹਨੂੰ ਹਫ਼ਤਿਆਂ ਵਿੱਚ ਚੇਂਜ ਕਰਨਾ ਤਾਂ ਕਿਵੇਂ ਕਰੋਗੇ, 15 ਬਰਾਬਰ 150 ਬਟਾ 7, ਇਹ ਹਫ਼ਤਿਆਂ ਵਿੱਚ ਚੇਂਜ ਹੋ ਜਾਊਗਾ। ਇਹ ਸਿੰਪਲ ਜਾ ਕੇ ਇੱਧਰ ਗੁਣਾ ਹੋ ਜੂ, ਬਸ ਫੇਰ ਸੇਮ ਉਹੀ ਆ। ਠੀਕ ਹੈ ਜੀ, ਤੁਸੀਂ ਦੋਨੋਂ ਤਰੀਕੇ ਨਾਲ ਕਰ ਸਕਦੇ ਹੋ। ਬਾਕੀ ਜੇ ਤੁਸੀਂ ਇਹ ਵੀ ਟੌਪਿਕ ਕਰਨਾ ਤਾਂ ਉੱਪਰ ਆਈ ਬਟਨ ਤੇ ਆ ਰਿਹਾ ਹੋਣਾ, ਤੁਸੀਂ ਇਹ ਵੀ ਟੌਪਿਕ ਕਰ ਸਕਦੇ ਹੋ। 5 ਤੋਂ 6 ਕਲਾਸਾਂ ਨੇ, ਉੱਪਰ ਆ ਰਿਹਾ ਹੁਣ, ਤੁਸੀਂ ਕਰ ਲਿਓ ਉਹ ਟੌਪਿਕ। ਆ ਜਾਓ ਅਗਲੇ ਕੁਐਸਚਨ ਤੇ। ਇਹ ਕੁਐਸਚਨ ਕੀ ਹੈ, 3/5 7/10 ਅਤੇ 21/15 ਦਾ ਐਲਸੀਐਮ। ਇਹ ਕਿਹੜੇ ਟੌਪਿਕ ਦਾ ਐਲਸੀਐਮ ਅਤੇ HCF। ਜਦੋਂ ਐਵੇਂ ਦਾ ਕੁਐਸਚਨ ਹੋਵੇ, ਬਟੇ ਵਿੱਚ ਦਿੱਤੀ ਹੋਈ ਰਕਮ, ਤਾਂ ਕੀ ਕਰਨਾ, ਜਿਹੜਾ ਜੋ ਵੀ ਪੁੱਛਿਆ ਗਿਆ ਹੁੰਦਾ ਉਸ ਨੂੰ ਉੱਪਰ ਰੱਖੋ ਐਲਸੀਐਮ, ਤੇ ਹੇਠਾਂ ਕੀ ਕੱਢੋ HCF। ਉੱਪਰਲਿਆਂ ਦਾ ਐਲਸੀਐਮ ਤੇ ਹੇਠਾਂ ਦਾ HCF। ਹੁਣ ਇਹਨਾਂ ਦਾ ਐਲਸੀਐਮ ਕੀ ਆ ਗਿਆ 21, ਇਹਨਾਂ ਵਿੱਚ ਕਾਮਨ ਕੀ ਆ 5। ਹੁਣ ਦੇਖੋ, ਅਜਿਹੀ ਛੋਟੀ ਤੋਂ ਛੋਟੀ ਸੰਖਿਆ ਜੋ ਇਹਨਾਂ ਤਿੰਨਾਂ ਨਾਲ ਪੂਰਨ ਡਿਵਾਈਡ ਹੋ ਰਹੀ ਆ, ਤੇ ਅਜਿਹੀ ਵੱਡੀ ਤੋਂ ਵੱਡੀ ਸੰਖਿਆ HCF ਜੋ ਇਹਨਾਂ ਤਿੰਨਾਂ ਵਿੱਚ ਕਾਮਨ ਆ। ਕੀ ਆ ਗਿਆ ਆਪਣਾ ਆਨਸਰ 21/5। ਆਪਣੇ ਤੋਂ ਐਲਸੀਐਮ ਪੁੱਛਿਆ ਗਿਆ ਸੀ, ਜੋ ਵੀ ਪੁੱਛਿਆ ਜਾਂਦਾ ਉਹਨੂੰ ਆਪਾਂ ਉੱਪਰ ਰੱਖਾਂਗੇ ਤੇ ਦੂਸਰਾ HCF ਉਹ ਹੇਠਾਂ। ਠੀਕ ਹੈ ਜੀ, ਕਿੰਨਾ ਆਨਸਰ ਆ ਗਿਆ 21/5। ਠੀਕ ਹੈ, ਬਾਕੀ ਜਦੋਂ ਮੈਂ ਤੁਹਾਨੂੰ ਕਲਾਸ ਲਵਾਂਗਾ HCF ਐਂਡ ਐਲਸੀਐਮ ਦੀ, ਉਦੋਂ ਮੈਂ ਤੁਹਾਨੂੰ ਹੋਰ ਚੰਗੀ ਤਰ੍ਹਾਂ ਕੰਸੈਪਟ ਸਿਖਾਵਾਂਗਾ ਵੀ ਕਿਵੇਂ ਕੀ ਹੁੰਦਾ। ਬਾਕੀ ਕੰਸੈਪਟ ਮੈਂ ਉਦੋਂ ਦੱਸਾਂਗਾ। ਅਗਲਾ ਕੁਐਸਚਨ ਕੀ ਹੈ, ਅਗਲਾ ਕੁਐਸਚਨ ਹੈ ਸਿੰਪਲੀਫਿਕੇਸ਼ਨ ਦਾ। ਸਿੰਪਲੀਫਿਕੇਸ਼ਨ ਟੌਪਿਕ ਦਾ ਇੱਥੇ ਦੇਖੋ, ਬੋਰਡ ਮਾਸ ਪੜ੍ਹਿਆ ਸਾਰਿਆਂ ਨੇ, ਬੋਰਡ ਮਾਸ, ਸੌਰੀ ਇੱਥੇ ਦੇਖੋ ਬੋਰਡ ਮਾਸ, ਇਹਦਾ ਪਤਾ ਹੀ ਸਾਰਿਆਂ ਨੂੰ ਰੂਲ ਬੋਰਡ ਮਾਸ ਦਾ। ਬੀ ਕੀ ਹੁੰਦਾ, ਬ੍ਰੈਕਟ ਆਫ ਦਾ ਮਤਲਬ ਕੀ ਹੁੰਦਾ ਗੁਣਾ, ਪੰਜਾਬੀ ਵਿੱਚ ਕੀ ਹੁੰਦਾ ਦਾ, ਡਿਵਾਈਡ ਮਲਟੀਪਲਾਈ ਐਡ ਸਬਟਰੈਕਸ਼ਨ ਮਾਈਨਸ। ਬਟ ਜਦੋਂ ਆਪਾਂ ਕੀ ਕਰਾਂਗੇ, ਸਿੰਪਲੀਫਿਕੇਸ਼ਨ ਟੌਪਿਕ ਪੜ੍ਹਾਂਗੇ ਤਾਂ ਮੈਂ ਤੁਹਾਨੂੰ ਦੱਸਾਂਗਾ ਵੀ ਬੋਰਡ ਮਾਸ ਬਾਰੇ ਨਵਾਂ ਕੰਸੈਪਟ। ਹੋ ਸਕਦਾ ਕਈਆਂ ਨੇ ਪੜ੍ਹਿਆ ਹੋਵੇ, ਬਟ ਇਹਨੂੰ ਛੱਡੋ। ਇਹ ਤੁਸੀਂ ਸਿਰਫ ਕੀ ਕਰਨਾ, ਬੋਰਡ ਮਾਸ ਬ੍ਰੈਕਟ ਆਫ ਡਿਵਾਈਡ ਮਲਟੀਪਲੀਕੇਸ਼ਨ ਐਡ ਸਬਟਰੈਕਸ਼ਨ। ਸਭ ਤੋਂ ਪਹਿਲਾਂ ਕੀ ਕਰਨਾ ਆਪਾਂ, ਬ੍ਰੈਕਟ ਸੋਲਵ। ਬ੍ਰੈਕਟ ਦੇਖੋ ਹੈ ਕਿਤੇ 'ਚ, ਬ੍ਰੈਕਟ ਹੈ ਨਹੀਂ, ਆਫ ਵੀ ਨਹੀਂ, ਡਿਵਾਈਡ ਵੀ ਹੈ ਨਹੀਂ, ਮਲਟੀਪਲਾਈ ਕਰੋ ਪਹਿਲਾਂ ਇਹਨਾਂ ਦੋਨਾਂ ਨੂੰ, ਕਿੰਨਾ ਆ ਗਿਆ 0.25। ਫਿਰ ਉਸ ਤੋਂ ਬਾਅਦ ਐਡ ਕਰੋਗੇ 0.5, ਫਿਰ ਮਾਈਨਸ 0.5, ਇਹ ਕੱਟਿਆ ਗਿਆ, ਕਿੰਨਾ ਆ ਗਿਆ ਆਨਸਰ 0.25। ਠੀਕ ਹੈ, ਅਗਲਾ ਕੁਐਸਚਨ ਕੀ ਹੈ, ਇਹਨੂੰ ਪੜ੍ਹੋ ਧਿਆਨ ਨਾਲ। ਜੇਕਰ ABC 105 ਹੈ, ਜਿੱਥੇ A B ਤੋਂ ਅੱਧੀ ਹੈ
B ਅਤੇ B C ਤੋਂ ਅੱਧੀ ਹੈ ਤਾਂ C ਦਾ ਮੁੱਲ ਪਤਾ ਕਰੋ। ਇਹਨੂੰ ਕਿਹੜੇ ਤਰੀਕੇ ਨਾਲ ਕਰੋਗੇ ਤੁਸੀਂ? ਇਹਨੂੰ ਵੀ ਕਰੋਗੇ ਰੇਸ਼ੀਓ ਨਾਲ। ਪਹਿਲਾਂ ਮੈਂ ਦੱਸਿਆ ਤੁਹਾਨੂੰ, ਉੱਪਰ ਆਈ ਬਟਨ 'ਤੇ ਵੀ ਟੌਪਿਕ ਆ ਰਿਹਾ ਹੁਣ। ਇਹਨੂੰ ਸਿੰਪਲ ਕਰਕੇ ਲਿਖੋ ਪਹਿਲਾਂ A B। ਇਹ ਕੀ ਹੈ? A B ਤੋਂ ਅੱਧਾ। A ਜੇ 1 ਆ ਤਾਂ B 2। ਇਹ ਦੇਖੋ ਇੱਥੇ ਹੋਗਾ ਨਾ A B ਤੋਂ ਅੱਧਾ। ਇਸ ਤਰ੍ਹਾਂ ਅੱਗੇ B C, B C ਤੋਂ ਅੱਧਾ। ਜੇ B 1 ਆ ਤਾਂ C 2। ਹੁਣ ਦੇਖੋ ਇੱਥੇ ਰੇਸ਼ੋ ਵਿੱਚ ਮੈਂ ਦੱਸਿਆ ਤੁਹਾਨੂੰ, ਇੱਥੇ ਵੀ B ਆ, ਇੱਥੇ ਵੀ ਆ। ਇਹ ਤਾਂ ਸੇਮ ਹੋਣਾ ਚਾਹੀਦਾ ਕਿਉਂਕਿ 1 ਦੀ ਵੈਲਿਊ ਦਿੱਤੀ ਹੈ। ਜੇ B ਦੀ ਵੈਲਿਊ ਇੱਥੇ 2 ਦਿੱਤੀ ਹੋਈ ਆ ਤਾਂ ਇੱਥੇ ਵੀ 2 ਹੋਣੀ ਚਾਹੀਦੀ ਹੈ। ਜੇ ਇੱਥੇ 1 ਦਿੱਤੀ ਹੋਈ ਹੈ ਇੱਥੇ ਵੀ 1 ਹੋਣੀ ਚਾਹੀਦੀ ਹੈ। ਇਹਨੂੰ ਸੇਮ ਕਿਵੇਂ ਕਰਾਂਗੇ? ਇਹਨੂੰ 1 ਨਾਲ ਗੁਣਾ ਕਰ ਦਿਓ, ਇਹਨੂੰ 2 ਨਾਲ ਕਰ ਦਿਓ। ਹੁਣ ਦੇਖੋ 1, ਇਹਨੂੰ ਕਰਾਂਗੇ 2, ਇੱਥੇ 2 4। ਹੁਣ ਠੀਕ ਹੈ ਨਾ? ਆ ਗਿਆ ਹੁਣ A B C ਕਿੰਨਾ ਆ ਗਿਆ? 1 2 4। ਇਹ A ਆ, B A C। ਰੇਸ਼ੋ ਵਿੱਚ ਕਿੰਨਾ ਆਇਆ? 4 ਤੇ 2 6 ਤੇ 1 7। ਰੇਸ਼ੋ ਦਾ ਜੋੜ ਕਰਕੇ ਕਿੰਨਾ ਆ ਰਿਹਾ? 7। ਪਰ ਇੱਥੇ ਕਿੰਨਾ ਦਿੱਤਾ ਹੋਇਆ? A B C 105। 7 ਕਿਹਦੇ ਬਰਾਬਰ ਆ? 105 ਦੇ। C ਦਾ ਮੁੱਲ ਪਤਾ ਕਰਨਾ। C ਕਿੰਨਾ ਦਿੱਤਾ ਹੋਇਆ? 4। ਕਿੰਨਾ ਆ ਗਿਆ? 15 ਗੁਣਾ 4। ਆਂਸਰ ਕੀ ਆ ਗਿਆ? ਆਂਸਰ 60। ਠੀਕ ਹੈ ਜੀ। ਉੱਪਰ ਦੇਖ ਲਿਓ ਆਈ ਬਟਨ ਤੇ ਆ ਰਿਹਾ ਹੋਣਾ ਟੌਪਿਕ ਰੇਸ਼ੀਓ। ਅਗਲਾ ਕੁਐਸਚਨ ਇਹ ਕੀ ਕਹਿੰਦਾ ਕੁਐਸਚਨ? ਇੱਕ ਰਾਸ਼ੀ ਵਿੱਚ ਸਧਾਰਨ ਵਿਆਜ ਤੇ 4 ਸਾਲਾਂ ਵਿੱਚ 40% ਦਾ ਵਾਧਾ ਹੁੰਦਾ ਹੈ, ਉਸੇ ਦਰ ਤੇ 2 ਸਾਲਾਂ ਬਾਅਦ 15% ਦਾ ਮਿਸ਼ਰਤ ਵਿਆਜ ਕਿੰਨਾ ਹੋਵੇਗਾ? CI ਪੁੱਛਿਆ ਗਿਆ, SI ਦਿੱਤਾ ਹੋਇਆ। ਹੁਣ ਕੀ ਦੱਸਿਆ ਸੀ ਮੈਂ ਤੁਹਾਨੂੰ? SI ਕਿਹਦੇ ਬਰਾਬਰ ਹੁੰਦਾ? ਰੇਟ ਇਨਟੂ ਟਾਈਮ। SI ਸਧਾਰਨ ਵਿਆਜ 4 ਸਾਲਾਂ ਵਿੱਚ 40% ਦਾ ਵਾਧਾ ਹੁੰਦਾ। SI ਕਿੰਨਾ ਦਿੱਤਾ ਹੋਇਆ? 40। ਰੇਟ ਪਤਾ ਕਰਨਾ ਆਪਾਂ ਤੇ 4 ਸਾਲਾਂ ਵਿੱਚ ਰੇਟ ਕਿੰਨਾ ਆ ਗਿਆ? ਰੇਟ ਆ ਗਿਆ 10%। ਉਸੇ ਦਰ ਤੇ 2 ਸਾਲਾਂ ਬਾਅਦ 15,000 ਦਾ ਮਿਸ਼ਰਤ ਵਿਆਜ। CI ਦਾ ਫਾਰਮੂਲਾ ਪਤਾ ਹੀ ਹੈ ਸਾਰਿਆਂ ਨੂੰ, ਬੇਸਿਕ ਫਾਰਮੂਲਾ। ਹੁਣ ਮੇਰਾ ਤਰੀਕਾ ਦੇਖੋ, ਜੋ 2 ਸਾਲਾਂ ਦਾ ਹੋਵੇਗਾ ਕਿਵੇਂ ਲਿਖਣਾ ਤੁਸੀਂ? ਇਹਨੂੰ 10% ਦਾ ਵਾਧਾ ਹੁੰਦਾ। ਇਹ 10% ਤੁਸੀਂ ਕਿਵੇਂ ਲਿਖ ਸਕਦੇ ਹੋ? 110 ਪਲੱਸ 100। ਇਹਨੂੰ ਕੱਟ ਕੇ ਕਿੰਨਾ ਆ ਗਿਆ? ਪਹਿਲੇ ਸਾਲ ਕਿੰਨਾ ਸੀ? 10 ਤੇ ਵਧਿਆ 11, ਫਿਰ 10 ਤੋਂ 11। ਜੋ 2 ਸਾਲਾਂ 2 ਵਾਰ ਲਿਖਣਾ ਐਵੇਂ, ਜੋ 3 ਦਾ ਹੋਊਗਾ 3 ਵਾਰ ਲਿਖੋਗੇ। ਹੁਣ ਇਹਨਾਂ ਨੂੰ ਗੁਣਾ ਕਰ ਦਿਓ, ਗੁਣਾ ਕਰਕੇ ਕਿੰਨਾ ਆਇਆ? 100। ਐਵੇਂ ਇਹਨੂੰ ਕਰ ਦਿਓ 121। ਮਿਸ਼ਰਤ ਵਿਆਜ, ਵਿਆਜ ਪੁੱਛਿਆ ਗਿਆ ਆਪਣੇ ਤੋਂ। ਵਿਆਜ ਪ੍ਰਿੰਸੀਪਲ ਕਿੰਨਾ ਸੀ? 100 ਤੇ ਉੱਪਰ ਵਿਆਜ ਕਿੰਨਾ ਮਿਲਿਆ ਆਪਾਂ ਨੂੰ? 21। ਠੀਕ ਆ। ਇੱਥੇ ਆ ਜਾਓ, ਪ੍ਰਿੰਸੀਪਲ ਕਿੰਨਾ ਦਿੱਤਾ ਹੋਇਆ? 15,000 ਸੌਰੀ 15,000। 15,000 ਕਿਹਦੇ ਬਰਾਬਰ ਆ? 100 ਦੇ 21 ਕਿਹਦੇ ਬਰਾਬਰ ਹੋਊਗਾ? ਗੁਣਾ ਕਰ ਦਿਓ, ਇੱਕ ਜ਼ੀਰੋ ਲੱਗ ਗਿਆ ਇੱਥੇ। 15 30 5 1 3 ਤੇ 1 0 32 50। ਆਪਸ਼ਨ ਕਿਹੜਾ? ਆਪਸ਼ਨ ਨੰਬਰ 2। ਇਹ ਕੰਸੈਪਟ ਤੁਹਾਨੂੰ ਇੱਕ ਵਾਰ ਨਹੀਂ ਸਮਝ ਲੱਗਣਾ, ਜਦੋਂ ਕਲਾਸ ਨੂੰ ਬਾਰ-ਬਾਰ ਦੇਖੋਗੇ ਤਾਂ ਹੀ ਤੁਹਾਨੂੰ ਸਮਝ ਲੱਗੂਗਾ। ਠੀਕ ਹੈ ਜੀ। ਬਾਕੀ ਮੈਂ ਤੁਹਾਨੂੰ ਸਾਰੇ ਲੈਕਚਰ
ਸਾਰੇ ਟੌਪਿਕ ਹੋਰ ਚੰਗੇ ਤਰੀਕੇ ਨਾਲ ਕਰਾਵਾਂਗਾ, ਪਰ ਜੇ ਤੁਸੀਂ ਸਪੋਰਟ ਕਰੋਗੇ। ਇਸ ਤਰ੍ਹਾਂ ਹੁਣ ਅਗਲਾ ਕੁਐਸਚਨ ਦੇਖੋ, ਕੰਸੈਪਟ ਕਿਵੇਂ ਲੱਗ ਰਹੇ ਨੇ ਇਹ, ਹੈ ਨਾ ਸ਼ਾਰਟ, ਅਤੇ ਬਾਕੀ ਐਂ ਵੀ ਨਹੀਂ ਵੀ ਤੁਹਾਨੂੰ ਸਮਝ ਨਾ ਲੱਗੇ। ਠੀਕ ਹੈ, ਅਗਲਾ ਕੁਐਸਚਨ ਆ ਜਾਓ। ਇਹ ਕੁਐਸਚਨ ਕੀ ਕਹਿੰਦਾ, ਇਹਨੂੰ ਵੀ ਸਿੰਪਲੀਫਾਈ ਕਰਨਾ ਸਿੰਪਲ, ਇਹਦਾ ਬੇਸਿਕ ਤਰੀਕਾ ਇੱਕ ਮੇਰੇ ਵਾਲਾ। ਹੁਣ ਦੇਖੋ ਮੈਂ ਕਿਵੇਂ ਕਰੂੰਗਾ, ਇਹਨੂੰ ਤੇ ਇਹਨੂੰ ਸਿੰਪਲ ਕਰਕੇ ਲਿਖੋ ਬਸ। ਇੱਕ ਲਿਖ ਲਿਆ, ਇਸ ਤਰ੍ਹਾਂ ਇਹਨੂੰ 4 ਲਿਖਣ ਤੋਂ ਬਾਅਦ ਜਿਹੜਾ ਇਹ ਦਿੱਤਾ ਹੋਇਆ ਇਹ ਬਾਕੀ ਲਿਖ ਦਿਓ। 4 ਦੇ ਉੱਪਰ 1, ਫਿਰ 1, ਫਿਰ 2। ਹੁਣ ਤੁਸੀਂ ਕੀ ਕਰਨਾ, 4 ਨੂੰ ਇਹਦੇ ਨਾਲ ਗੁਣਾ ਕਰਨੀ ਆ, ਉਸ ਤੋਂ ਬਾਅਦ ਜੋ ਵੀ ਆਉਂਦਾ ਇਹ ਉਹਦੇ ਵਿੱਚ ਇਹ ਜੋੜ ਕਰ ਦਿਓ। ਕਿੰਨਾ 4 1 4, 4 ਤੇ 1 5। ਹੁਣ ਇਹਨੂੰ ਗੁਣਾ ਕਰ ਦਿਓ ਅਤੇ ਇਹਨੂੰ ਐਡ ਕਰ ਦਿਓ। 5 ਗੁਣਾ 1 5 ਅਤੇ 4 9। ਇਸ ਤਰ੍ਹਾਂ ਹੁਣ ਇਹਨੂੰ ਕਰ ਦਿਓ। ਹੁਣ ਇਹ ਕਿੰਨਾ ਆ ਗਿਆ, 9 ਦੂਣੀ 18 ਅਤੇ 5 23, 23/9 ਕਿੰਨਾ ਆ ਗਿਆ ਸੋਲਵ ਕਰਕੇ ਇਹ 23/9 ਇੰਨਾ ਕੁ ਆਇਆ ਇਹ ਸਾਰਾ। ਇਸ ਤਰ੍ਹਾਂ ਹੁਣ ਉੱਪਰਲਾ ਕਰੋ, ਇਹਨਾਂ ਨੂੰ ਪਹਿਲਾਂ ਲਿਖ ਲਓ 4 5, ਹੁਣ ਇਹਨੂੰ ਲਿਖ ਲਓ 4 ਦੇ ਉੱਪਰ 1 ਨਾ ਸੌਰੀ 5 ਦੇ ਉੱਪਰ, ਫਿਰ ਅੱਗੇ ਲਿਖ ਦਿਓ। ਹੁਣ ਇਹਨੂੰ ਗੁਣਾ ਕਰ ਦਿਓ ਇਹਦੇ ਨਾਲ ਅਤੇ ਇਹਨੂੰ ਐਡ ਕਰ ਦਿਓ। 5 ਗੁਣਾ 1 5 ਅਤੇ 4 9। ਹੁਣ ਇਹਨੂੰ ਗੁਣਾ ਕਰੋਗੇ 18 ਤੇ 5 23/9। ਇਹ ਵੀ ਕਿੰਨਾ ਆ ਗਿਆ 23/9। ਹੁਣ ਜਦੋਂ ਇਹਨੂੰ ਲਿਖੋਗੇ ਸਿੰਪਲ ਕਰਕੇ 23/9, ਫਿਰ ਕੀ ਆ ਗਿਆ 23/9। ਇਹ ਤਾਂ ਪਤਾ ਹੀ ਜਦੋਂ 2 ਡਿਵਾਈਡ ਹੋਣ ਤਾਂ 23/9 ਹੇਠਾਂ ਵਾਲਾ ਇਹ ਉਲਟਾ ਹੋ ਜਾਂਦਾ, ਜਿਹੜਾ 23 ਆ ਅਤੇ 9 ਉੱਪਰ ਚਲਿਆ ਜਾਂਦਾ। ਹੁਣ ਇਹਨੂੰ ਕੱਟ ਦਿਓ, ਕਿੰਨਾ ਆ ਗਿਆ 1। ਆਪਸ਼ਨ ਕਿਹੜਾ, ਆਪਸ਼ਨ ਨੰਬਰ 3। ਠੀਕ ਹੈ ਜੀ, ਸਮਝ ਗਏ। ਬਾਕੀ ਤੁਸੀਂ ਜੇ ਇਹਨੂੰ ਕੰਸੈਪਟ ਨੂੰ ਚੰਗੀ ਤਰ੍ਹਾਂ ਕਰ ਲਓਗੇ, ਇਹ ਤਾਂ ਮੈਂ ਤੁਹਾਨੂੰ ਦੱਸ ਰਿਹਾ ਤਾਂ ਕਰਕੇ ਇੰਨਾ ਟਾਈਮ ਲੱਗ ਰਿਹਾ, ਐਗਜ਼ਾਮ ਵਿੱਚ ਬਿਲਕੁਲ ਟਾਈਮ ਨਹੀਂ ਲੱਗਣਾ। ਬਟ ਜੇ ਤੁਹਾਡੀ ਪ੍ਰੈਕਟਿਸ ਹੋਊਗੀ ਵੱਧ ਤੋਂ ਵੱਧ, ਐਵੇਂ ਨਹੀਂ ਵੀ ਤੁਸੀਂ ਇੱਕ ਵਾਰੀ ਕੁਐਸਚਨ ਨੂੰ ਹੁਣ ਦੇਖੋ, ਜਿਵੇਂ ਮੈਂ ਤੁਹਾਨੂੰ ਇੱਕ ਵਾਰੀ ਦੱਸ ਰਿਹਾ, ਹੁਣ ਤੁਹਾਨੂੰ ਸਮਝ ਲੱਗ ਗਿਆ, ਹੁਣ ਤੁਸੀਂ ਸੋਚਦੇ ਹੋਗੇ ਵੀ ਮੈਂ ਹੁਣ ਸਿੱਖ ਗਿਆ, ਪਰ ਜੇ ਤੁਸੀਂ ਪ੍ਰੈਕਟਿਸ ਨਹੀਂ ਕਰੋਗੇ ਇਹ ਕੰਸੈਪਟ ਸਾਰੀ ਭੁੱਲ ਜਾਣੇ ਤੁਸੀਂ। ਹੁਣ ਅਗਲਾ ਕੁਐਸਚਨ ਦੇਖੋ, ਮੈਂ ਤੁਹਾਨੂੰ ਇਸ ਦਾ ਮੁੱਲ ਪਤਾ ਕਰੋ, ਜੋ ਵੈਲਿਊ ਦਿੱਤੀ ਹੋਈ ਹੈ ਇਸ ਦਾ ਮੁੱਲ ਪਤਾ ਕਰਨਾ। 144 ਦਾ ਰੂਟ ਕਿੰਨਾ ਹੁੰਦਾ, ਇਹ ਤਾਂ ਪਤਾ ਹੀ ਹੈ ਸਾਰਿਆਂ ਨੂੰ, 12/4। ਇੱਥੇ ਕਰ ਦੇਣਾ ਮੈਂ ਸੋਲਵ, ਇੱਥੇ ਕਿੰਨਾ ਆ ਜਾਊਗਾ, ਇਹਨੂੰ ਸੋਲਵ ਕਰਕੇ 12/4, ਇੱਥੇ ਕਿੰਨਾ ਆ ਜਾਊਗਾ 14। ਇਹਦੇ ਨਾਲ ਇਹ ਕੱਟਿਆ ਗਿਆ, ਇਹ ਗੁਣਾ ਹੋ ਜੂ ਇੱਧਰ ਜਾ ਕੇ, 3x ਬਰਾਬਰ 14, x 14/3। ਮੈਂ ਫਾਸਟ ਤਾਂ ਕਰਾਇਆ ਕਿਉਂਕਿ ਇਹਦੇ ਵਿੱਚ ਹੈ ਨਹੀਂ ਤੇ ਕੁਛ ਦੱਸਣ ਨੂੰ, ਬਸ ਸਿੰਪਲ ਕਰਨਾ ਤੇ ਇਹ। ਅਗਲਾ ਕੁਐਸਚਨ ਕੀ ਹੈ, ਇਹ 49 ਨੂੰ ਸ਼ਾਮਿਲ ਕਰਦੇ ਆ ਅਤੇ ਇਸ ਤੱਕ ਦੀ ਸਾਰੀਆਂ ਟਾਂਕ ਪ੍ਰਕਿਰਤਿਕ ਸੰਖਿਆਵਾਂ ਦੀ ਔਸਤ ਕਿੰਨੀ ਹੈ। ਔਸਤ, ਇਹ ਵੀ ਔਸਤ ਪੁੱਛਿਆ ਗਿਆ। ਐਵਰੇਜ, ਟਾਂਕ ਸੰਖਿਆ ਦਾ ਪਤਾ ਕੀ ਹੁੰਦੀ ਆ, 1 3 5। ਕੀ ਪੁੱਛਿਆ ਗਿਆ ਆਪਣੇ ਤੋਂ, 49 ਨੂੰ ਸ਼ਾਮਿਲ ਕਰਦੇ ਆ ਅਤੇ ਇਸ ਤੱਕ ਦੀਆਂ ਸਾਰੀਆਂ ਟਾਂਕ ਪ੍ਰਕਿਰਤਿਕ ਸੰਖਿਆਵਾਂ ਦੀ ਔਸਤ ਕਿੰਨੀ ਹੈ। ਇਹਦਾ ਫਾਰਮੂਲਾ ਕੀ ਹੁੰਦਾ, ਜਦੋਂ ਇਹਨਾਂ ਵਿੱਚ ਡਿਫਰੈਂਸ ਕਾਮਨ ਹੋਵੇ, ਜਿਵੇਂ ਇੱਥੇ ਦੇਖੋ ਇੱਥੇ 2 ਦਾ, ਇੱਥੇ ਵੀ 2 ਦਾ, ਇਸ ਤਰ੍ਹਾਂ ਚੱਲਦਾ ਜਾਊਗਾ ਇਹ 2, ਇਹ ਤੱਕ ਕਿੱਥੇ ਤੱਕ ਜਾਊਗਾ, ਇਹ 49 ਤੱਕ। ਉਸ ਤੋਂ ਪਹਿਲਾਂ ਕੀ ਹੋਊਗਾ 47, ਇੱਥੇ ਵੀ ਡਿਫਰੈਂਸ 2 ਦਾ ਹੀ ਹੋਊਗਾ। ਕੀ ਕਰਨਾ ਤੁਸੀਂ,
ਫਸਟ ਸੰਖਿਆ ਪਲੱਸ ਲਾਸਟ, ਦੋਨੋਂ ਨੂੰ ਐਡ ਕਰਕੇ 2 ਨਾਲ ਸਿੰਪਲ ਡਿਵਾਈਡ ਕਰ ਦੇਣਾ। ਪਰ ਕੀ ਹੋਣਾ ਚਾਹੀਦਾ, ਡਿਫਰੈਂਸ ਜੋ ਵੀ ਦਿੱਤਾ ਹੋਇਆ ਡਿਫਰੈਂਸ ਇਹਨਾਂ ਵਿੱਚ ਇਹ ਕਾਮਨ ਹੋਣਾ ਚਾਹੀਦਾ ਸਾਰਿਆਂ ਵਿੱਚ। ਠੀਕ ਆ, ਫਸਟ ਸੰਖਿਆ ਕਿੰਨੀ ਆ, ਫਸਟ ਵੈਲਿਊ ਪਹਿਲੀ ਢੰਗ ਸੰਖਿਆ ਕਿਹੜੀ ਹੈ 1, ਤੇ ਕਿੱਥੇ ਤੱਕ ਪਤਾ ਕਰਨਾ ਆਪਾਂ, ਢੰਗ ਸੰਖਿਆ 49, ਇਹਨਾਂ ਦੋਨੋਂ ਨੂੰ ਐਡ ਕਰਨਾ ਤੇ 2 ਨਾਲ ਵੰਡ ਕਰ ਦੇਣੀ ਆ, ਡਿਵਾਈਡ ਕਰ ਦੇਣਾ। ਕਿੰਨਾ ਗਾ 50 ਡਿਵਾਈਡ 2, ਆਨਸਰ ਕਿੰਨਾ ਆ ਗਿਆ 25। ਆਪਸ਼ਨ ਕਿਹੜਾ, ਆਪਸ਼ਨ ਨੰਬਰ 2। ਜਦੋਂ ਵੀ ਬਾਈ ਇਹ ਗੱਲ ਧਿਆਨ ਰੱਖੋ, ਜਦੋਂ ਦੋਨਾਂ ਦਾ ਡਿਫਰੈਂਸ ਸਾਰਿਆਂ ਵਿੱਚ ਕਾਮਨ ਹੋਵੇ ਤਾਂ ਇਹ ਫਾਰਮੂਲਾ ਲਾ ਦੇਣਾ ਤੁਸੀਂ, ਫਸਟ ਸੰਖਿਆ ਫਸਟ ਵੈਲਿਊ ਤੇ ਲਾਸਟ ਵੈਲਿਊ ਅਪੋਨ 2। ਠੀਕ ਹੈ, ਇਹ ਨੋਟ ਕਰ ਲਓ। ਆ ਜਾਓ ਹੁਣ ਅਗਲੇ ਕੁਐਸਚਨ ਤੇ। ਜੇਕਰ ਕਿਸੇ ਕਣ ਦਾ ਆਇਤਨ ਵੋਲਿਊਮ 27 ਸੈਂਟੀਮੀਟਰ ਹੈ ਤਾਂ ਇਸ ਦੇ ਵਿਕਰਨ ਦੀ ਲੰਬਾਈ, ਕਣ ਪਤਾ ਸਾਰਿਆਂ ਨੂੰ ਕੀ ਹੁੰਦਾ, ਦੇਖੋ ਕਿਊਬ ਤਾਂ ਪਤਾ ਹੀ ਹੋਣਾ, ਇਸ ਤਰ੍ਹਾਂ ਦਾ ਹੁੰਦਾ। ਹੋ ਸਕਦਾ ਡਾਇਗ੍ਰਾਮ ਥੋੜਾ ਗਲਤ ਬਣ ਜੇ, ਬਸ ਹੋਣਾ ਕੋਈ। ਠੀਕ ਆ, ਇਸ ਤਰ੍ਹਾਂ ਦਾ ਹੁੰਦਾ ਕਿਊਬ। ਇਸ ਦੇ ਸਾਰੇ ਕਿਨਾਰੇ 3D ਫਿਗਰ ਆ, ਇਹ ਲੱਗ ਰਿਹਾ, ਜੋ ਵੀ ਇਹ ਸਾਈਡਾਂ ਨੇ ਇਹ ਸਾਰੀ ਬਰਾਬਰ ਹੁੰਦੇ ਨੇ। ਕਿਸੇ ਕਣ ਦਾ ਆਇਤਨ ਸਭ ਤੋਂ ਪਹਿਲਾਂ ਕੀ ਹੁੰਦਾ, ਆਇਤਨ ਜੋ ਵੀ ਇਹਦੇ ਵਿੱਚ ਵੋਲਿਊਮ ਆ, ਇਹਦਾ ਵੋਲਿਊਮ ਵਿੱਚ ਦੀ ਮਾਤਰਾ ਜਿੰਨਾ ਜੋ ਵੀ ਇਹਦੇ ਵਿੱਚ ਆ ਸਕਦਾ ਉਸਨੂੰ ਆਪਾਂ ਕੀ ਕਹਿੰਦੇ ਹਾਂ, ਵੋਲਿਊਮ ਆਇਤਨ ਕਹਿੰਦੇ ਆ। ਜੋ ਵੀ ਇਹਦੇ ਵਿਚਕਾਰ ਦਾ ਹਿੱਸਾ ਹੁੰਦਾ, V ਫੋਰ ਵੋਲਿਊਮ ਕਿੰਨਾ ਹੁੰਦਾ A ਕਿਊਬ, ਤੇ ਇਸ ਦਾ ਵਿਕਰਨ ਕਿੰਨਾ ਹੁੰਦਾ ਡਾਇਗਨਲ, ਇਹ ਹੁੰਦਾ √3A। ਹੁਣ ਦੇਖੋ ਵੋਲਿਊਮ ਕਿੰਨਾ ਹੈ, ਆਇਤਨ 27 3 ਦਾ ਕਿਊਬ ਹੁੰਦਾ, ਇਹਦਾ ਮਤਲਬ ਕੀ ਹੁੰਦਾ 3 ਦਾ, ਜੇ ਉੱਪਰ 3 ਲੱਗਿਆ ਹੋਇਆ ਮਤਲਬ ਜਿਹੜੀ ਸੰਖਿਆ ਵਿੱਚ ਜੋ ਵੀ ਡਿਜਿਟ ਜਾਂ ਵੈਲਿਊ ਕੁਛ ਵੀ ਆ ਸੰਖਿਆ ਵਿੱਚ ਦਿੱਤੀ ਹੋਈ, ਜੇ ਉਹ 3 ਵਾਰ ਆ ਰਹੀ ਆ ਤਾਂ ਉਹਦੇ ਵਿੱਚੋਂ 1 ਵਾਰ ਬਾਹਰ ਆ ਜਾਊਗਾ। ਇਹ ਕੀ ਆ ਗਿਆ, ਆਪਣੀ ਸਾਈਡ ਆ ਗਈ ਇਹ A ਬਰਾਬਰ 3। ਹੁਣ ਡਾਇਗਨਲ ਦਾ ਫਾਰਮੂਲਾ ਕੀ ਹੁੰਦਾ, √3A ਕਿੰਨਾ 3। ਆਪਸ਼ਨ ਦੱਸੋ ਕਿਹੜਾ ਇਹਦੇ ਵਿੱਚ, ਆਪਸ਼ਨ ਨੰਬਰ 1। ਆਨਸਰ ਕੀ ਆਇਆ 3√3। ਕੀ ਤੇ ਇਹਦੇ ਵਿੱਚ ਮੈਂ ਕੀ ਦੱਸਿਆ ਤੁਹਾਨੂੰ, ਵੋਲਿਊਮ ਕੀ ਹੁੰਦਾ, ਵੋਲਿਊਮ ਹੁੰਦਾ A ਕਿਊਬ ਤੇ ਡਾਇਗਨਲ √3A। ਇਹਦੇ ਵਿੱਚ ਕੀ ਆ, ਸਿੰਪਲ ਬਸ ਇਹ ਕਿਊਬ, ਹੋਰ ਕੁਛ ਨਹੀਂ, ਇਹ ਵਰਗ ਮੈਂ ਹੁਣ ਤੁਹਾਨੂੰ ਦੱਸਿਆ ਸੀ ਵਰਗ। ਦੇਖੋ ਇਹ ਵੀ ਮੈਂ ਤੁਹਾਨੂੰ ਯਾਦ ਕਰਾ ਦਾਂ ਫਾਰਮੂਲਾ ਇਹਦਾ, ਇਹ ਵਰਗ ਆ ਸਿੰਪਲ, ਇਹਦੇ ਸਾਰੀਆਂ ਭੁਜਾਵਾਂ ਬਰਾਬਰ ਹੁੰਦੇ ਨੇ A ਇਹਦਾ ਫਾਰਮੂਲਾ ਕੀ ਹੁੰਦਾ ਪਤਾ, ਦੱਸਿਆ ਸੀ ਮੈਂ ਤੁਹਾਨੂੰ, ਖੇਤਰਫਲ A² ਤੇ ਪੈਰੀਮੀਟਰ ਪਰਿਮਾਪ ਕਿੰਨਾ ਤੀ 4A। ਬਸ ਜੇ ਤੁਹਾਨੂੰ ਇਹ ਇੰਨਾ ਕੁ ਯਾਦ ਆ, ਇਹ 2 ਗੱਲਾਂ ਯਾਦ ਨੇ, ਤੁਸੀਂ ਇਹਦੇ ਵੀ ਫਾਰਮੂਲੇ ਸਾਰੀ ਯਾਦ ਕਰ ਸਕਦੇ ਹੋ। ਦੇਖੋ ਇਹਦਾ ਇੱਕ ਹੁੰਦਾ ਲੇਟਰਲ ਸਰਫੇਸ ਏਰੀਆ, ਜਿਹੜੀਆਂ ਲੇਟਵੀਂ ਭੁਜਾਵਾਂ ਨੇ ਇਹਨਾਂ ਨੂੰ ਛੱਡ ਕੇ, ਜਿਵੇਂ ਮੰਨ ਲਓ ਕਿ ਕਮਰਾ ਇਹਦਾ ਕੀ ਆ, ਲੇਟਰਲ ਸਰਫੇਸ ਏਰੀਆ ਕੀ ਹੁੰਦਾ, ਇੱਕ ਤਾਂ ਇਹਦੀ ਫਰਸ਼ ਨੂੰ ਛੱਡ ਦਿਓ ਲੇਟਰਲ ਦੇ ਵਿੱਚ, ਤੇ ਉੱਪਰਲੀ ਛੱਤ ਨੂੰ ਛੱਡ ਦਿਓ। ਪੈਰੀਮੀਟਰ
of the base into height। ਬੇਸ ਕੀ ਬਣ ਰਿਹਾ ਹੁਣ ਇਹ ਤਾਂ ਦੇਖੋ, ਹੁਣ ਇਹਦੇ ਵਿੱਚ 3D ਆ, ਇਹ ਤੁਹਾਨੂੰ ਲੱਗ ਨਹੀਂ ਰਿਹਾ, ਪਤਾ ਨਹੀਂ ਲੱਗ ਰਿਹਾ, ਇਹਦਾ ਬੇਸ ਸਕੁਅਰ ਬਣੂਗਾ। ਇਹ ਵਰਗ ਕੀ ਹੁੰਦਾ, ਪੈਰੀਮੀਟਰ ਆਫ ਦਾ ਬੇਸ, ਇਹਦੇ ਬੇਸ ਦਾ ਪੈਰੀਮੀਟਰ ਕੀ ਆ, ਵਰਗ ਦਾ ਪਰਿਮਾਪ ਕੀ ਕਿੰਨਾ ਹੁੰਦਾ, 4a, ਤਿੰਨੇ ਭੁਜਾਵਾਂ ਬਰਾਬਰ ਹੁੰਦੀਆਂ ਨੇ ਇਹਦੀਆਂ, a ਇਹਦੀ ਉਚਾਈ ਕਿੰਨੀ ਆ, ਇਹ ਉਚਾਈ ਆ, ਇਹ ਉਚਾਈ ਆ, ਇਹ ਕਿੰਨੀ ਆ, ਹਾਈਟ a। ਹੁਣ ਲੇਟਰਲ ਸਰਫੇਸ ਏਰੀਆ ਕਿੰਨਾ ਆ ਗਿਆ, 4a ਸਕੁਅਰ। ਸਿੰਪਲ ਆ ਨਾ, ਦੇਖੋ ਐਵੇਂ ਹੁਣ ਤੁਸੀਂ ਅੱਗੇ ਕਰ ਸਕਦੇ ਹੋ। ਇੱਕ ਹੁੰਦਾ ਟੋਟਲ ਸਰਫੇਸ ਏਰੀਆ, ਜਿਹਦੇ ਵਿੱਚ ਫਰਸ਼ ਵੀ ਆ ਗਈ ਹੇਠਾਂ ਵੀ ਤੇ ਉੱਪਰ ਛੱਤ ਵੀ ਆ ਗਈ। ਇਹ ਕੀ ਹੁੰਦਾ, ਇੱਕ ਤਾਂ ਇਹ ਹੋਗਾ ਲੇਟਰਲ ਸਰਫੇਸ ਏਰੀਆ ਪਲੱਸ 2, ਇੱਕ ਤਾਂ ਇਹ ਹੋ ਗਿਆ ਏਰੀਆ, ਇੱਕ ਉੱਪਰਲਾ ਹੋ ਗਿਆ 2 ਏਰੀਆ ਆਫ ਬੇਸ। ਏਰੀਆ ਇਹਦਾ ਬੇਸ ਕੀ ਬਣ ਰਿਹਾ ਸੀ, ਸਕੁਅਰ, ਵਰਗ ਦਾ ਏਰੀਆ ਕੀ ਹੁੰਦਾ, ਵਰਗ ਦਾ ਏਰੀਆ ਕਿੰਨਾ ਹੁੰਦਾ, 2 ਏਰੀਆ ਕਿੰਨਾ ਹੁੰਦਾ, a ਸਕੁਅਰ। ਬਸ ਇਹ ਹੋਗਾ ਟੋਟਲ ਸਰਫੇਸ ਏਰੀਆ। ਇਸੇ ਤਰ੍ਹਾਂ ਹੁਣ ਅੱਗੇ ਆ ਜਾਓ, ਵੋਲਿਊਮ ਕੀ ਹੁੰਦਾ, ਵੋਲਿਊਮ ਹੁੰਦਾ ਏਰੀਆ ਆਫ ਦਾ ਬੇਸ ਇਨਟੂ ਹਾਈਟ। ਏਰੀਆ ਕੀ ਆ, ਵਰਗ ਦਾ ਏਰੀਆ ਕੀ ਹੁੰਦਾ, a ਸਕੁਅਰ। ਹਾਈਟ ਕੀ ਦਿੱਤਾ ਹੈ, ਦੇਖੋ ਇਹ ਵੀ a, ਇਸ ਲਈ ਵੋਲਿਊਮ ਕੀ ਆ ਗਿਆ, a ਕਿਊਬ। ਠੀਕ ਹੈ ਜੀ। ਲੇਟਰਲ ਸਰਫੇਸ ਏਰੀਆ ਕੀਤੀ 4a ਸਕੁਅਰ, ਦੇਖੋ ਇੱਥੇ ਇਹ ਤਾਂ ਟੋਟਲ ਸਰਫੇਸ ਏਰੀਆ ਕੀਤੀ, ਲੇਟਰਲ ਸਰਫੇਸ ਏਰੀਆ ਪਲੱਸ 2a ਸਕੁਅਰ। ਲੇਟਰਲ ਨੂੰ ਤੁਸੀਂ ਐਂ ਵੀ ਲਿਖ ਸਕਦੇ ਹੋ 4a ਸਕੁਅਰ। ਟੋਟਲ ਸਰਫੇਸ ਏਰੀਆ ਕੀ ਆ ਗਿਆ, ਟੋਟਲ ਸਰਫੇਸ ਏਰੀਆ 6a ਸਕੁਅਰ। ਠੀਕ ਹੈ ਜੀ। ਬਸ ਇਸੇ ਤਰ੍ਹਾਂ ਮੈਂ ਤੁਹਾਨੂੰ ਸਾਰੀ ਫਾਰਮੂਲੇ ਯਾਦ ਕਰਾ ਸਕਦਾ, ਜੋ ਕਿ ਤੁਸੀਂ ਰੱਟਦੇ ਨਹੀਂ ਹੈਗੇ, ਸਮਝ ਕੇ ਕਰੋਗੇ ਆਪ। ਬਟ ਇਹ ਕਦੋਂ ਹੋਊਗਾ, ਜੋ ਤੁਸੀਂ ਚੰਗੀ ਸਪੋਰਟ ਕਰੋਗੇ। ਬਸ ਹੁਣ ਕਲਾਸ ਅੱਜ ਦੀ ਇੱਥੇ ਰੱਖਦੇ ਹਾਂ, ਠੀਕ ਆ। ਬਾਕੀ ਜੇ ਕਨਸੈਪਟ ਚੰਗਾ ਲੱਗਿਆ ਹੋਊਗਾ ਤਾਂ ਤੁਹਾਡੇ ਲਾਈਕ ਤੋਂ ਪਤਾ ਲੱਗ ਜਾਣਾ, ਤੁਹਾਡੇ ਲਾਈਕ ਤੋਂ ਬਸ ਮੈਨੂੰ ਇਹ ਮੋਟੀਵੇਸ਼ਨ ਮਿਲਦੀ ਆ, ਤੁਹਾਨੂੰ ਕਨਸੈਪਟ ਚੰਗਾ ਲੱਗ ਰਿਹਾ ਤੇ ਤੁਸੀਂ ਸਪੋਰਟ ਕਰ ਰਹੇ ਹੋ। ਬਾਕੀ ਜੋ ਬੱਚੇ ਨਵੇਂ ਹੋਣਗੇ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ, ਅਤੇ ਜੋ ਪੁਰਾਣੇ ਨੇ ਅਤੇ ਨਵੇਂ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਅਤੇ ਲਾਈਕ ਵੀ ਕਰਿਓ। ਠੀਕ ਆ ਜੀ। ਬਾਕੀ ਡਿਸਕ੍ਰਿਪਸ਼ਨ ਵਿੱਚ ਟੈਲੀਗ੍ਰਾਮ ਦਾ ਲਿੰਕ ਆ, ਤੁਸੀਂ ਉਹਨੂੰ ਵੀ ਜੁਆਇਨ ਕਰ ਸਕਦੇ ਹੋ। ਚਲੋ ਠੀਕ ਹੈ ਜੀ, ਬਾਏ, ਫਿਰ ਟੇਕ ਕੇਅਰ। ਅੱਜ ਦੀ ਕਲਾਸ ਇੱਥੇ ਖਤਮ ਕਰਦੇ ਹਾਂ, ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੇਂ ਕਨਸੈਪਟ ਨਾਲ। ਬਾਏ ਐਂਡ ਟੇਕ ਕੇਅਰ।